ਪਹਿਲਾਂ ਆਰਮੀ ਦੇ ਵਿੱਚ ਰਹੇ ਹੋ, ਫਿਰ ਗਨਮੈਨ ਤੇ ਫਿਰ ਹੁਣ ਬੈਂਕ ਮੈਨੇਜਰ। ਇਹ ਸਫ਼ਰ ਕਿਵੇਂ ਸ਼ੁਰੂ ਹੋਇਆ? जिस टाइम कि मेरी तनख्वाह बिल्कुल 347 रुपए सी, बहुत घੱਟ तनख्वाह सी। ਉਸ 'ਤੇ ਚੱਲਦਿਆਂ ਫਿਰ ਮੈਂ 21 ਸਾਲ ਨੌਕਰੀ ਆਰਮੀ ਦੇ ਵਿੱਚ ਕਰਕੇ 2003 ਦੇ ਵਿੱਚ ਐਜ਼ ਏ ਹੌਲਦਾਰ ਰਿਟਾਇਰਮੈਂਟ ਹੋਇਆ। ਫਿਰ ਮੈਂ ਸਿਵਲ ਲਾਈਫ ਦੇ ਵਿੱਚ ਆਇਆ 4-5 ਸਾਲ। ਫਿਰ ਮੈਂ 2008 ਦੇ ਵਿੱਚ ਤੱਕ ਮੈਂ ਟੈਕਸੀ ਚਲਾਉਂਦਾ ਰਿਹਾ। ਕੋਈ ਕੰਮ ਹੈ ਨਹੀਂ ਸੀ ਮੇਰੇ ਕੋਲੇ। ਤੁਸੀਂ ਰਿਟਾਇਰਡ ਹੋ ਕੇ ਆਰਮੀ ਤੋਂ ਵਾਪਸ ਆਉਣੇ ਹੋ ਪਿੰਡ ਪੁੜੈਨ ਦੇ ਵਿੱਚ ਆ ਕੇ, ਤੁਹਾਡੇ ਕੋਲ ਕੋਈ ਕੰਮ ਕਾਜ ਉਦੋਂ ਨਹੀਂ ਹੁੰਦਾ। ਆਰਥਿਕ ਹਾਲਾਤ ਕਿਵੇਂ ਦੇ ਸੀ ਕਿ ਟੈਕਸੀ ਚਲਾਉਣੀ ਪੈ ਗਈ ਤੁਹਾਨੂੰ? ਮੈਂ ਹੁਣ ਆਪਣੇ ਆਰਥਿਕ ਹਾਲਾਤ ਤਾਂ ਤੁਹਾਨੂੰ ਨਹੀਂ ਦੱਸ ਸਕਦਾ, ਇੰਨੇ ਘਟੀਆ ਸੀਗੇ ਕਿ ਮਤਲਬ ਬਹੁਤ ਜ਼ਿਆਦਾ ਹਾਲਾਤ ਮਾੜੇ ਹੀ ਸੀ। ਉਸ ਸਮੇਂ ਦੇ ਵਿੱਚ ਕਦੇ ਭਾਵੁਕ ਵੀ ਹੋਏ ਹੋ ਤੁਸੀਂ, ਬੜੇ ਇਮੋਸ਼ਨਲ ਹੋਏ ਹੋ ਕਦੇ? ਹਾਂਜੀ, ਬਹੁਤ ਵਾਰੀ ਹੋਣਾ ਪਿਆ। ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਬੱਚੇ ਦੀ ਫੀਸ ਹੀ ਨਹੀਂ ਆਪਾਂ ਪੂਰੀ ਕਰ ਸਕਦੇ। ਅਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਇੰਨੀ ਕਾਬਲੀਅਤ ਆ ਵੀ ਅਸੀਂ ਕਿਸੇ ਦੀ ਫੀਸ ਵੀ ਭਰ ਦਾਂਗੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ। 2008 ਦੇ ਦਸੰਬਰ ਦੇ ਵਿੱਚ ਮੈਨੂੰ ਐਜ਼ ਏ ਗਨਮੈਨ ਯੂਨੀਅਨ ਬੈਂਕ ਆਫ ਇੰਡੀਆ ਦੇ ਵਿੱਚ ਨੌਕਰੀ ਮਿਲੀ। ਜਦੋਂ ਕੈਸ਼ੀਅਰ ਲੱਗਾ ਫਿਰ ਮੈਂ ਦੇਖਿਆ, ਮੈਂ ਕਿ ਅਫਸਰ ਦਾ ਕੰਮ ਵੀ ਉਹੀ ਹੈ ਜਿਹੜਾ ਮੈਂ ਕੰਮ ਕਰਦਾ, ਉਹਨੂੰ ਅਫਸਰ ਚੈੱਕ ਕਰਦਾ। ਫਿਰ ਮੈਂ ਅਫਸਰ ਦੀ ਤਿਆਰੀ ਕੀਤੀ। 2013 ਦੇ ਵਿੱਚ ਮੈਂ ਪਹਿਲਾ ਐਗਜ਼ਾਮ ਦਿੱਤਾ ਅਫਸਰ ਵਾਸਤੇ, ਜੋ ਮੈਂ ਰਹਿ ਗਿਆ ਉਹਦੇ ਵਿੱਚੋਂ। ਫਿਰ 2014 ਦੇ ਵਿੱਚ ਫਿਰ ਦੁਬਾਰਾ ਐਗਜ਼ਾਮ ਦਿੱਤਾ, ਉਹਦੇ ਵਿੱਚੋਂ ਵੀ ਮੈਂ ਰਹਿ ਗਿਆ। 2015 ਦੇ ਵਿੱਚ ਫਿਰ ਮੈਂ ਫੇਲ ਹੋ ਗਿਆ ਤੀਜੀ ਵਾਰੀ ਵੀ। ਮੈਂ ਇਹ ਹੌਸਲਾ ਨਹੀਂ ਢਾਇਆ ਵੀ ਮੈਂ ਛੱਡਦਾ, ਮੈਂ 3 ਵਾਰੀ ਫੇਲ ਹੋ ਚੁੱਕਿਆ। 2017 ਦੇ ਫਰਵਰੀ ਦੇ ਵਿੱਚ ਮੈਂ ਐਗਜ਼ਾਮ ਦਿੱਤਾ, ਉਹ ਕਲੀਅਰ ਹੋ ਗਿਆ। ਆਪਣੀ ਪਤਨੀ ਦੀ ਤੁਹਾਡੀ ਗੱਲ ਕਰੀਏ ਜਾਂ ਮਾਤਾ ਜੀ ਨੇ ਤਾਂ ਉਹਨਾਂ ਦੀ ਗੱਲ ਕਰੀਏ ਤਾਂ ਅਕਸਰ ਕਹਿੰਦੇ ਨੇ ਕਿ ਸਾਡਾ ਪੁੱਤ ਜਾਂ ਸਾਡਾ ਪਤੀ ਜਿਹੜਾ ਆ ਪਰਮਾਤਮਾ ਸਫਲ ਹੋ ਜੇ, ਅਸੀਂ ਸੁੱਖ ਨਾ ਸੁੱਖਦੇ ਪਾਠ ਸੁੱਖ ਲੈਂਦੀਆਂ ਨੇ। ਕਦੇ ਉਹ ਤਾਂ ਨਹੀਂ ਹੋਇਆ, ਇਸ ਪਾਠ ਤਾਂ ਨਹੀਂ ਸੁੱਖੇ ਸੀ? ਲੋਕਾਂ ਵਿੱਚ ਵੀ ਬੜੀ ਖੁਸ਼ੀ ਸੀ ਵੀ ਇਸੇ ਬ੍ਰਾਂਚ ਵਿੱਚ ਗਨਮੈਨ ਸੀਗੇ ਵੀ ਅੱਜ ਅਫਸਰ ਬਣ ਕੇ ਆਏ ਨੇ। ਪਰ ਮੈਨੂੰ ਇੰਨਾ ਜ਼ਰੂਰ ਫਰਕ ਪਿਆ ਵੀ ਜਿਨ੍ਹਾਂ ਨੂੰ ਮੈਂ ਸਲੂਟ ਮਾਰਦਾ ਸੀ, ਹੁਣ ਉਹ ਹੀ ਮੇਰੇ ਸਾਹਮਣੇ ਹੁਣ ਮੈਨੂੰ ਮਾਰਦੇ ਨੇ। ਮੈਂ ਜਦੋਂ ਵੀ ਮੈਂ ਬ੍ਰਾਂਚ ਦੇ ਵਿੱਚ ਆਉਣਾ, ਮੈਂ ਛੋਟੇ ਤੋਂ ਛੋਟੇ ਬੰਦੇ ਨੂੰ ਵੀ ਫਤਿਹ ਬੁਲਾ ਕੇ ਆਉਣਾ। ਮੈਂ ਇਹ ਨਹੀਂ ਸੋਚਦਾ ਵੀ ਮੈਂ ਅਫਸਰ ਹਾਂ, ਪਰ ਮੈਂ ਇਹੀ ਚੀਜ਼ ਨੂੰ ਲੈ ਕੇ ਚੱਲਦਾ ਹੁੰਦਾ ਵੀ ਇਹ ਮੇਰਾ ਘਰ ਆ। ਮੈਂ ਗਨਮੈਨ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣਾ ਪਹਿਲਾਂ, ਅਗਰ ਉਹ ਨਹੀਂ ਬੁਲਾਏਗਾ ਮੈਂ ਬੁਲਾਵਾਂਗਾ, ਅਤੇ ਮੈਂ ਪੀਐਨ ਨੂੰ ਵੀ ਬੁਲਾਉਣਾ। ਜਦੋਂ ਦਾ ਮੈਂ ਅਫਸਰ ਬਣਿਆ, ਮੇਰੀ ਸੀਟ ਤੋਂ ਹਰ ਬੰਦੇ ਦਾ ਕੰਮ ਹੋ ਕੇ ਜਾਏਗਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਉਹ ਸਰਦਾਰ ਸਾਹਿਬ ਕੋਲੇ ਪਿੱਛੇ ਗਿਆ ਸੀ ਅਤੇ ਮੇਰਾ ਕੰਮ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਮਨਦੀਪ ਕੌਰ ਸੰਧੂ। ਕਹਿੰਦੇ ਨੇ ਕਿ ਅਸੀਂ ਤੁੱਕੇ ਦੇ ਨਾਲ ਨਿਸ਼ਾਨੇ ਲਗਾ ਸਕਦੇ ਹਾਂ, ਪਰ ਜਿਹੜੀ ਮਿਹਨਤ ਦਾ ਮੁਕਾਮ ਹਾਸਲ ਕਰਨਾ ਹੁੰਦਾ ਹੈ ਉਹ ਅਸੀਂ ਮੁਕਾਮ ਸਿਰਫ ਮਿਹਨਤ ਨਾਲ ਹਾਸਲ ਕਰ ਸਕਦੇ ਹਾਂ। ਜਦੋਂ ਕੋਈ ਮਿਹਨਤ ਕਰਦਾ ਹੈ ਔਰ ਇਸੇ ਦੌਰਾਨ ਉਹਦੀ ਮਿਹਨਤ ਨੂੰ ਸਲਾਮਾਂ ਹੁੰਦੀਆਂ ਨੇ, ਕਿਸੇ ਵਿਰਲੇ ਦੇ ਹਿੱਸੇ ਆਉਂਦਾ ਹੈ, ਕਿਉਂਕਿ ਜਿਹਦੇ ਅੰਦਰ ਜਜ਼ਬਾ ਹੁੰਦਾ ਹੈ ਕੁਛ ਕਰਕੇ ਵਿਖਾਉਣ ਦਾ, ਉਹੀ ਬੰਦਾ ਚਰਚਾ ਦੇ ਵਿੱਚ ਵੀ ਆਉਂਦਾ ਹੈ। ਤਾਂ ਇਸੇ ਵੇਲੇ ਅਖਬਾਰਾਂ ਦੀਆਂ ਸੁਰਖੀਆਂ ਤੇ ਇੱਕ ਨਾਮ ਛਾਇਆ ਹੋਇਆ ਹੈ ਪਰਮਜੀਤ ਸਿੰਘ ਹੋਣਾ ਦਾ, ਜੋ ਕਿ ਪਹਿਲਾਂ ਬੈਂਕ ਦੇ ਵਿੱਚ ਗਨਮੈਨ ਵਜੋਂ ਨੌਕਰੀ ਕਰਦੇ ਰਹੇ ਨੇ ਔਰ ਉਸ ਤੋਂ ਬਾਅਦ ਬੈਂਕ ਮੈਨੇਜਰ ਤੱਕ ਦਾ ਸਫ਼ਰ ਤੈਅ ਕਰਦੇ ਨੇ। ਤਾਂ ਅੱਜ ਵੱਡੀ ਪੋਸਟ ਤੇ ਕਿਸ ਤਰੀਕੇ ਨਾਲ ਬੈਠਦੇ ਨੇ, ਸਾਰੀ ਗੱਲਬਾਤ ਕਰਨ ਦੇ ਲਈ ਅੱਜ ਖਾਸ ਪਹੁੰਚੇ ਹੋਏ ਹਾਂ ਪਰਮਜੀਤ ਸਿੰਘ ਹੋਣਾ ਨੂੰ ਮਿਲਣ ਦੇ ਲਈ। ਉਹਨਾਂ ਦੀ ਮਿਹਨਤ ਦੇ ਚਰਚੇ ਜਿਹੜੇ ਇਸ ਵੇਲੇ ਹੋ ਰਹੇ ਚਾਰੇ ਪਾਸੇ, ਉਸੇ ਮਿਹਨਤ ਕਰਕੇ ਅਸੀਂ ਵੀ ਉਹਨਾਂ ਦੇ ਕੋਲ ਪਹੁੰਚੇ ਹੋਏ ਹਾਂ। ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਮੈਡਮ। ਠੀਕ ਠਾਕ ਹੋ ਜੀ ਆਪ ਜੀ? ਹਾਂਜੀ ਮੈਮ, ਬਿਲਕੁਲ ਠੀਕ ਆ ਜੀ। ਤੁਹਾਡੇ ਚਰਚੇ ਸਾਰੇ ਪਾਸੇ ਹੋ ਰਹੇ ਕਿ ਪਰਮਜੀਤ ਹੋਣਾ ਨੇ ਪਹਿਲਾਂ ਗਨਮੈਨ ਵਜੋਂ ਨੌਕਰੀ ਕੀਤੀ, ਉਸ ਤੋਂ ਬਾਅਦ ਬੈਂਕ ਮੈਨੇਜਰ ਦਾ ਸਫ਼ਰ ਸ਼ੁਰੂ ਕੀਤਾ। ਮੈਂ ਜਾਣਨਾ ਚਾਹਾਂਗੀ, ਪਹਿਲਾਂ ਆਰਮੀ ਦੇ ਵਿੱਚ ਰਹੇ ਹੋ, ਫਿਰ ਗਨਮੈਨ ਤੇ ਫਿਰ ਹੁਣ ਬੈਂਕ ਮੈਨੇਜਰ, ਇਹ ਸਫ਼ਰ ਕਿਵੇਂ ਸ਼ੁਰੂ ਹੋਇਆ? ਮੈਡਮ, ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋ ਪੰਜਾਬੀ ਟੀਵੀ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਜਿਹੜੇ ਇੱਕ ਤੁਸੀਂ ਮੇਰੇ ਕੋਲੇ
ਪਿੰਡ ਦੇ ਵਿੱਚ ਆ ਕੇ ਮੇਰੀ ਇੰਟਰਵਿਊ ਵਾਸਤੇ ਆਈਆਂ। ਸਭ ਤੋਂ ਪਹਿਲਾਂ ਤਾਂ ਮੇਰਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਪੜੈਣ ਵਿੱਚ ਹੋਇਆ 1964 ਦੇ ਵਿੱਚ। ਫਿਰ ਮੈਂ ਆਪਣੇ ਪਿੰਡ ਦੇ ਸਕੂਲ ਦੇ ਵਿੱਚ, ਸਰਕਾਰੀ ਸਕੂਲ ਦੇ ਵਿੱਚ ਹੀ ਪੜ੍ਹਾਈ ਕਰਕੇ 9ਵੀਂ ਪਾਸ ਕੀਤੀ। ਉਸ ਤੋਂ ਬਾਅਦ ਮੈਂ ਆਰਮੀ ਜੁਆਇਨ ਕੀਤੀ 1982 ਦੇ ਵਿੱਚ, ਜਿਸ ਟਾਈਮ ਕਿ ਮੇਰੀ ਤਨਖਾਹ ਬਿਲਕੁਲ 347 ਰੁਪਏ ਸੀ, ਬਹੁਤ ਘੱਟ ਤਨਖਾਹ ਸੀ। ਉਸ 'ਤੇ ਚੱਲਦਿਆਂ ਫਿਰ ਮੈਂ 21 ਸਾਲ ਨੌਕਰੀ ਆਰਮੀ ਦੇ ਵਿੱਚ ਕਰਕੇ 2003 ਦੇ ਵਿੱਚ ਐਜ਼ ਏ ਹੌਲਦਾਰ ਰਿਟਾਇਰਮੈਂਟ ਹੋਇਆ। ਇਹਦੇ ਦੌਰਾਨ ਮੈਂ ਵੱਖ-ਵੱਖ ਖੇਤਰਾਂ ਦੇ ਵਿੱਚ ਡਿਊਟੀ ਕੀਤੀ। ਬਾਹਰਲੇ ਮੁਲਕ ਵੀ ਗਏ, ਸ਼੍ਰੀਲੰਕਾ, IPKF ਦੇ ਵਿੱਚ, J&K ਦੇ ਵਿੱਚ, ਨਾਗਾਲੈਂਡ, ਮਿਜ਼ੋਰਮ, ਅਸਾਮ, ਸਿਆਚਿਨ ਗਲੇਸ਼ੀਅਰ, ਲੇਹ ਲਦਾਖ ਏਰੀਆ, ਸਾਰਾ ਏਰੀਆ ਅਸੀਂ ਡਿਊਟੀ ਕੀਤੀ ਆ। ਅਤੇ ਉਸ ਤੋਂ ਬਾਅਦ ਫਿਰ ਮੈਂ 2003 ਦੇ ਵਿੱਚ ਰਿਟਾਇਰਮੈਂਟ ਹੋ ਕੇ ਫਿਰ ਮੈਂ ਸਿਵਲ ਲਾਈਫ ਦੇ ਵਿੱਚ ਆਇਆ। 4-5 ਸਾਲ ਫਿਰ ਮੈਂ 2008 ਦੇ ਵਿੱਚ ਤੱਕ ਮੈਂ ਟੈਕਸੀ ਚਲਾਉਂਦਾ ਰਿਹਾ। ਕੋਈ ਕੰਮ ਹੈ ਨਹੀਂ ਸੀ ਮੇਰੇ ਕੋਲ, ਜ਼ਮੀਨ ਵਗੈਰਾ ਨਹੀਂ ਸੀਗੀ। ਫਿਰ ਮੈਂ ਵਿਹਲਾ ਸੀ, ਫਿਰ ਮੈਂ ਟੈਕਸੀ ਦਾ ਕੰਮ ਸ਼ੁਰੂ ਕੀਤਾ। 2008 ਦੇ ਦਸੰਬਰ ਦੇ ਵਿੱਚ ਮੈਨੂੰ ਐਜ਼ ਏ ਗਨਮੈਨ ਯੂਨੀਅਨ ਬੈਂਕ ਆਫ ਇੰਡੀਆ ਦੇ ਵਿੱਚ ਨੌਕਰੀ ਮਿਲੀ, ਜੋ ਕਿ ਮੈਂ ਅੱਜ ਜਿੱਥੇ ਆਪਾਂ ਬੈਠ ਕੇ ਇੰਟਰਵਿਊ ਕਰ ਰਹੇ ਹਾਂ, ਇਸੇ ਪਿੰਡ ਦੇ ਵਿੱਚ ਹੀ ਸਾਡੀ ਬ੍ਰਾਂਚ ਆ, ਜਗਰਾਓਂ ਦੇ ਨੇੜੇ ਅਖਾੜਾ ਪਿੰਡ ਦੇ ਵਿੱਚ। ਇੱਥੇ ਮੈਂ 12 ਦਸੰਬਰ ਨੂੰ ਜੁਆਇਨ ਕੀਤਾ ਸੀ 2008 ਦੇ ਵਿੱਚ। ਫਿਰ ਜਦੋਂ ਬੈਂਕ ਜੁਆਇਨ ਕੀਤੀ ਫਿਰ ਮੈਨੂੰ ਥੋੜ੍ਹਾ ਜਿਹਾ ਹੌਸਲਾ ਹੋਇਆ ਵੀ ਬੈਂਕ ਦੇ ਵਿੱਚ ਜ਼ਿਆਦਾ ਕੋਈ ਕੰਮ ਨਹੀਂ ਹੈ। ਫਿਰ ਮੈਂ ਆਪਣੇ ਆਪ ਨੂੰ ਚਾਹਿਆ ਵੀ ਮੈਂ ਕੈਸ਼ੀਅਰ ਦੀ ਪ੍ਰਮੋਸ਼ਨ ਵਾਸਤੇ ਤਿਆਰੀ ਕੀਤੀ। ਫਿਰ ਮੈਨੂੰ ਜ਼ਿਆਦਾ ਪ੍ਰੋਬਲਮ ਸੀ, ਕੰਪਿਊਟਰ ਨਹੀਂ ਸੀ ਮੈਨੂੰ ਆਉਂਦਾ। ਫਿਰ ਮੇਰੇ ਬੇਟਾ ਸਾਹਿਬ ਇੰਜੀਨੀਅਰਿੰਗ ਕਰਦੇ ਸੀ, ਸਰਦਾਰ ਕੁਲਵਿੰਦਰ ਸਿੰਘ ਮਠਾੜੂ। ਫਿਰ ਮੈਂ ਉਹਨਾਂ ਨੂੰ ਕੰਪਿਊਟਰ ਲੈ ਕੇ ਦਿੱਤਾ ਸੀ। ਫਿਰ ਮੈਂ ਉਹਨਾਂ ਤੋਂ ਕੰਪਿਊਟਰ ਬਾਰੇ ਜਾਣਕਾਰੀ ਲਈ। ਰਾਤ ਨੂੰ ਮੈਂ 2-2, 3-3 ਘੰਟੇ ਬੈਠ ਕੇ ਟਾਈਪਿੰਗ ਸਿੱਖੀ। ਇਹ ਸਿੱਖ ਕੇ ਫਿਰ ਮੈਂ 2011 ਦੇ ਵਿੱਚ ਐਗਜ਼ਾਮ ਦੇ ਕੇ ਕਲਰਕ ਕਮ ਕੈਸ਼ੀਅਰ ਪ੍ਰਮੋਟ ਹੋ ਗਿਆ, ਪਹਿਲੀ ਵਾਰੀ ਐਗਜ਼ਾਮ ਦੇ ਕੇ। ਫਿਰ ਮੈਂ ਜਦੋਂ ਕੈਸ਼ੀਅਰ ਲੱਗਾ ਫਿਰ ਮੈਂ ਦੇਖਿਆ, ਮੈਂ ਕਿ ਅਫਸਰ ਦਾ ਕੰਮ ਵੀ ਉਹੀ ਹੈ ਜਿਹੜਾ ਮੈਂ ਕੰਮ ਕਰਦਾ, ਉਹਨੂੰ ਅਫਸਰ ਚੈੱਕ ਕਰਦਾ। ਫਿਰ ਮੈਂ ਅਫਸਰ ਦੀ ਤਿਆਰੀ ਕੀਤੀ। 2013 ਦੇ ਵਿੱਚ ਮੈਂ ਪਹਿਲਾ ਐਗਜ਼ਾਮ ਦਿੱਤਾ ਅਫਸਰ ਵਾਸਤੇ, ਜੋ ਮੈਂ ਰਹਿ ਗਿਆ ਉਹਦੇ ਵਿੱਚੋਂ। ਫਿਰ 2014 ਦੇ ਵਿੱਚ ਫਿਰ ਦੁਬਾਰਾ ਐਗਜ਼ਾਮ ਦਿੱਤਾ, ਉਹਦੇ ਵਿੱਚੋਂ ਵੀ ਮੈਂ ਰਹਿ ਗਿਆ। 2015 ਦੇ ਵਿੱਚ ਫਿਰ ਮੈਂ ਫੇਲ ਹੋ ਗਿਆ ਤੀਜੀ ਵਾਰੀ ਵੀ। ਫਿਰ ਮੈਂ ਹੌਸਲਾ ਨਹੀਂ ਢਾਇਆ। ਫਿਰ ਮੈਂ ਸੋਚਿਆ ਵੀ ਇਹ ਮੈਂ ਆਪਣਾ ਜਿਹੜਾ ਦਰਜਾ ਹਾਸਲ ਕਰਕੇ ਰੱਖਣਾ। ਚਲੋ ਵਾਹਿਗੁਰੂ ਦੀ ਬਹੁਤ ਕਿਰਪਾ ਸੀ, ਮੇਰੀ ਫੈਮਿਲੀ ਦੀ ਬਹੁਤ ਸਪੋਰਟ ਸੀ ਮੈਨੂੰ। ਫਿਰ 2016 ਦੇ ਵਿੱਚ ਫਿਰ ਮੈਂ ਅਪਲਾਈ ਕੀਤਾ ਅਤੇ ਮੈਂ ਇਹ ਹੌਸਲਾ ਨਹੀਂ ਢਾਇਆ ਵੀ ਮੈਂ ਛੱਡਦਾ, ਮੈਂ 3 ਵਾਰੀ ਫੇਲ ਹੋ ਚੁੱਕਿਆ। 2017 ਦੇ ਫਰਵਰੀ ਦੇ ਵਿੱਚ ਮੈਂ ਐਗਜ਼ਾਮ ਦਿੱਤਾ, ਉਹ ਕਲੀਅਰ ਹੋ ਗਿਆ। ਫਿਰ 17 ਦੇ ਵਿੱਚ ਮੈਂ ਜੂਨ ਦੇ ਵਿੱਚ 1 ਜੂਨ ਨੂੰ ਪ੍ਰਮੋਟ ਹੋ ਗਿਆ ਅਸਿਸਟੈਂਟ ਮੈਨੇਜਰ। ਫਿਰ ਮੈਨੂੰ ਮੇਰਾ ਜ਼ਿਲ੍ਹਾ ਚੇਂਜ ਹੋ ਗਿਆ, ਇੱਥੋਂ ਬਦਲ ਕੇ ਮੈਂ ਜਲੰਧਰ ਜ਼ਿਲ੍ਹੇ ਵਿੱਚ ਚਲੇ ਗਿਆ। ਉੱਥੇ ਵੀ ਮੈਂ ਐਜ਼ ਏ ਡਿਪਟੀ ਬ੍ਰਾਂਚ ਹੈਡ ਬੜਾ ਪਿੰਡ ਬ੍ਰਾਂਚ ਦੇ ਵਿੱਚ ਨੌਕਰੀ ਕੀਤੀ। ਫਿਰ ਉਸ ਤੋਂ ਬਾਅਦ ਫਿਰ ਕਰੋਨਾ ਚੱਲ ਪਿਆ, ਸਾਡੀ ਪੋਸਟਿੰਗਾਂ ਰੁਕ ਗਈਆਂ 3 ਸਾਲ ਬਾਅਦ, ਨਹੀਂ ਤਾਂ ਮੈਂ ਵਾਪਸ ਇੱਧਰ ਹੀ ਆਉਣਾ ਸੀ। ਫਿਰ 1 ਸਾਲ ਸਾਡਾ ਵੱਧ ਲੱਗ ਗਿਆ, 4.5 ਸਾਲ ਲੱਗ ਗਏ। ਫਿਰ ਉੱਧਰੋਂ ਮੈਨੂੰ ਡਾਇਰੈਕਟ ਇਹੀ ਬ੍ਰਾਂਚ ਦਿੱਤੀ ਗਈ ਵੀ ਤੈਨੂੰ ਉਸੇ ਬ੍ਰਾਂਚ ਵਿੱਚ ਭੇਜਣਾ ਜਿਹੜੀ ਬ੍ਰਾਂਚ ਵਿੱਚ ਪਹਿਲਾਂ ਤੂੰ ਐਜ਼ ਏ ਗਨਮੈਨ ਜੁਆਇਨ ਹੋਇਆ ਸੀਗਾ। ਫਿਰ ਇਸੇ ਬ੍ਰਾਂਚ ਦੇ ਵਿੱਚ ਮੈਂ ਜੁਲਾਈ 2021 ਦੇ ਵਿੱਚ ਫਿਰ ਦੁਬਾਰਾ ਡਿਪਟੀ ਬ੍ਰਾਂਚ ਮੈਨੇਜਰ ਆਇਆ। ਲੋਕਾਂ ਵਿੱਚ ਵੀ ਬੜੀ ਖੁਸ਼ੀ ਸੀ ਵੀ ਇਸੇ ਬ੍ਰਾਂਚ ਵਿੱਚ ਗਨਮੈਨ ਸੀਗੇ ਵੀ ਅੱਜ ਅਫਸਰ ਬਣ ਕੇ ਆਏ ਨੇ। ਅਤੇ ਫਿਰ ਮੈਂ ਨਾਲ ਤਿਆਰੀ ਕੀਤੀ ਵੀ ਮੈਂ ਬ੍ਰਾਂਚ ਹੈੱਡ ਲੱਗਣ ਦੀ। ਇੱਕ ਵਾਰੀ ਮਨ ਦੇ ਵਿੱਚ ਇੱਛਾ ਸੀ ਵੀ ਮੈਂ ਕਿੱਥੇ ਗੇਟ 'ਤੇ ਖੜ੍ਹ ਕੇ ਡਿਊਟੀ ਦਿੰਦਾ ਸੀਗਾ, ਵੀ ਕਿਉਂ ਨਾ ਮੈਂ ਉਸ ਕੁਰਸੀ ਨੂੰ ਵੀ ਇੱਕ ਵਾਰੀ ਟੱਚ ਹੋਵਾਂ। ਫਿਰ ਮੈਂ ਫਰਵਰੀ ਦੇ ਵਿੱਚ ਐਗਜ਼ਾਮ ਦਿੱਤਾ ਅਤੇ ਮੇਰੀ ਇੰਟਰਵਿਊ ਚੰਡੀਗੜ੍ਹ ਹੋਈ ਅਤੇ 31 ਮਾਰਚ ਨੂੰ ਮੈਂ ਮੈਨੇਜਰ ਪ੍ਰਮੋਟ ਹੋ ਗਿਆ। ਹੁਣ ਮੇਰੀ ਹਾਲੇ ਪੋਸਟਿੰਗ ਨਹੀਂ ਕਿਸੇ ਪਾਸੇ ਹੋਈ, ਇੱਥੇ ਰੱਖਦੇ ਜਾਂ ਮੈਨੂੰ ਕਿਤੇ ਬਦਲੀ ਕਰਦੇ ਆ। ਮਤਲਬ ਮੈਂ ਮੈਨੇਜਰ ਦੀ ਪੋਸਟ 'ਤੇ ਅਪਾਇੰਟਮੈਂਟ ਹੋ ਗਿਆ। ਜਦੋਂ ਇਸ ਬੈਂਕ ਵਿੱਚ, ਯੂਨੀਅਨ ਬੈਂਕ ਦੇ ਵਿੱਚ ਤੁਸੀਂ ਖੜ੍ਹਦੇ ਸੀਗੇ, ਬੰਦੂਕ ਪਾਈ ਹੁੰਦੀ ਸੀ, ਰਾਈਫਲ ਹੁੰਦੀ ਸੀ ਮੋਢੇ ਦੇ ਉੱਪਰ, ਤਾਂ ਕੈਸ਼ ਵੀ ਆਉਣਾ ਉਹ ਵੀ ਦੇਖਣਾ, ਅਤੇ ਕਿਸੇ ਨੇ ਅੰਦਰ ਆਉਣਾ ਉਹਦੇ ਬਾਰੇ ਵੀ ਪੁੱਛਗਿੱਛ ਕਰਨੀ ਹੈ ਨਾ, ਪੂਰੀ ਜ਼ਿੰਮੇਵਾਰੀ ਉਹ ਮੋਢਿਆਂ 'ਤੇ ਹੁੰਦੀ ਸੀ। ਪਰ ਉਹ ਤੁਹਾਡੇ ਨਾ ਜਿਹੜੇ ਨਾਲ ਗਾਰਡ ਹੁੰਦੇ ਸੀ ਉਹਨਾਂ ਨਾਲ ਦੋਸਤੀ ਪੈ ਜਾਂਦੀ ਹੈ। ਜਦੋਂ ਫਿਰ ਤੁਹਾਨੂੰ ਇੱਕ ਆਫਿਸਰ ਦੇ ਵਜੋਂ ਤੁਸੀਂ ਅੰਦਰ ਐਂਟਰੀ ਕਰਦੇ ਹੋ ਤਾਂ ਹੋ ਸਕਦਾ ਤੁਹਾਡੇ ਕੁਝ ਸਾਥੀ ਉੱਥੇ ਹੋਣ, ਉਸ ਬੈਂਕ ਦੇ ਵਿੱਚ ਜੋਬ ਕਰਦੇ ਹੋਣ, ਇਸੇ ਬੈਂਕ ਦੇ ਵਿੱਚ। ਉਹ ਸਾਥੀਆਂ ਜੋ ਤੁਹਾਨੂੰ ਦੇਖਿਆ ਕਿ ਉਹ ਖੜ੍ਹੇ ਹੋਏ, ਇੱਕ ਤਾਂ ਉਹ ਰੁਤਬਾ ਸੀ ਕਿ ਗਨਮੈਨ ਨਾਲ ਹੈਂਡਸ਼ੇਕ ਕਰਨਾ ਆ ਕੇ, ਤਾਂ ਇੱਕ ਉਹ ਫੀਲਿੰਗ ਆਉਂਦੀ ਜਦੋਂ ਤੁਹਾਨੂੰ ਵੇਖ ਕੇ ਬੰਦਾ ਖੜ੍ਹ ਜਾਂਦਾ।
ਹਾਂਜੀ, ਮੈਂ ਜਦੋਂ ਗਨਮੈਨ ਸੀਗਾ, ਮੈਂ ਇੱਥੇ ਹਰ ਬੰਦੇ ਨੂੰ ਸਲੂਟ ਮਾਰਦਾ ਸੀ। ਮੈਂ ਗੇਟ ਖੋਲ੍ਹਣਾ ਹਰ ਬੰਦੇ ਵਾਸਤੇ ਔਰ ਪੂਰੀ ਡਿਊਟੀ ਕਰਨੀ, ਕਸਟਮਰਾਂ ਦੇ ਨਾਲ ਪੂਰੀ ਡੀਲਿੰਗ ਕਰਨੀ, ਉਹਨਾਂ 'ਤੇ ਕੰਟਰੋਲ ਕਰਨਾ, ਸਾਰਾ ਕੁਛ ਕਰਦਾ ਸੀ। ਹੁਣ ਉਹਦੀ ਅਕੋਰਡਲੀ ਹੁਣ ਮੈਂ ਅਫਸਰ ਹਾਂ। ਹੁਣ ਉਹੀ ਜਿਹੜੇ ਮੇਰੇ ਅਪੋਇੰਟਮੈਂਟ ਮੇਰੇ ਨਾਲ ਸੀਗੇ, ਅਸੀਂ ਇਕੱਠੇ ਬੈਠ ਕੇ ਰੋਟੀ ਖਾਂਦੇ ਸੀ, ਦੋਸਤੀ ਸੀਗੀ। ਹੁਣ ਉਹ ਮੈਨੂੰ ਆ ਕੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਪਰ ਮੈਂ ਉਹਨਾਂ ਪ੍ਰਤੀ ਉਹਨਾਂ ਦੇ ਬਰਾਬਰਤਾ ਹੀ ਸਮਝਦਾ ਉਹਨਾਂ ਨੂੰ, ਕਿਉਂਕਿ ਮੈਂ ਵੀ ਇੱਕ ਲੋ ਲੈਵਲ ਤੋਂ ਹਾਈ ਲੈਵਲ 'ਤੇ ਗਿਆ ਅਤੇ ਇਸ ਕਰਕੇ ਵੀ ਮੈਨੂੰ ਜ਼ਿਆਦਾ ਉਹ ਨਹੀਂ ਹੈ ਵੀ ਮੈਂ ਮੈਨੇਜਰ ਹਾਂ, ਵੀ ਮੈਂ ਜ਼ਿਆਦਾ ਮਤਲਬ ਵੱਡਾ ਰੁਤਬਾ ਨਹੀਂ। ਪਰ ਮੈਨੂੰ ਇੰਨਾ ਜ਼ਰੂਰ ਫਰਕ ਪਿਆ ਵੀ ਜਿਨ੍ਹਾਂ ਨੂੰ ਮੈਂ ਸਲੂਟ ਮਾਰਦਾ ਸੀ, ਹੁਣ ਉਹੀ ਮੇਰੇ ਸਾਹਮਣੇ ਹੁਣ ਮੈਨੂੰ ਮਾਰਦੇ ਨੇ। ਹਾਂਜੀ, ਇਹ ਬੜਾ ਵਧੀਆ ਸਫ਼ਰ ਹੈ। ਜਦੋਂ ਆਪਾਂ ਸ਼ੁਰੂਆਤ, ਤੁਸੀਂ ਕਿਹਾ ਕਿ 2-3 ਵਾਰੀ ਫੇਲ ਹੋਏ ਹੋ ਤੁਸੀਂ, ਹੈ ਨਾ, ਪਹਿਲਾਂ ਐਗਜ਼ਾਮ ਦਿੰਦੇ ਰਹੇ ਹੋ, ਤਾਂ ਉਹ ਟਫ ਹੋਣ ਕਰਕੇ ਪੇਪਰ ਰਹਿ ਜਾਂਦਾ ਸੀ, ਜਾਂ ਪੇਪਰ 'ਚ ਇਹੋ ਜਿਹਾ ਕੀ ਹੁੰਦਾ, ਕਿੱਥੇ ਕਮੀ ਕਿੱਥੇ ਰਹਿ ਜਾਂਦੀ ਸੀਗੀ? ਹਾਂਜੀ ਮੈਮ, ਇੱਦਾਂ ਵੀ ਜਦੋਂ ਮੈਂ ਅਫਸਰ ਦਾ ਪੇਪਰ ਦਿੰਦਾ ਸੀਗਾ, ਉਹਦੇ ਵਿੱਚ ਮੈਂ ਜ਼ਿਆਦਾ, ਕਿਉਂ ਮੈਂ ਸਰਕਾਰੀ ਸਕੂਲ 'ਚ ਪੜ੍ਹਿਆ, ਪਹਿਲਾਂ ਜ਼ਿਆਦਾ ਇੰਗਲਿਸ਼ ਇੰਨੀ ਨਹੀਂ ਸੀ ਆਉਂਦੀ ਹੁੰਦੀ, ਬਟ ਮੈਂ ਜਿੰਨੀ ਪੜ੍ਹੀ ਆ ਤਾਂ ਮੈਨੂੰ ਕਾਫੀ ਜ਼ਿਆਦਾ ਨੌਲੇਜ ਹੈ। ਮੈਂ ਗ੍ਰਾਮਰ ਦੇ ਵਿੱਚੋਂ ਜ਼ਿਆਦਾ ਮਾਰ ਖਾਂਦਾ ਸੀ, ਉਹਦੇ ਵਿੱਚ ਹੀ ਜ਼ਿਆਦਾ ਫੇਲ ਹੁੰਦਾ ਰਿਹਾ। ਅਤੇ ਜਦੋਂ ਮੈਂ ਚੌਥੀ ਵਾਰੀ ਐਗਜ਼ਾਮ ਦਿੱਤਾ ਤਾਂ ਮੇਰਾ ਸਾਰਾ ਵਾਹਿਗੁਰੂ ਦੀ ਕਿਰਪਾ ਨਾਲ ਮੈਨੂੰ ਕਾਫੀ ਜ਼ਿਆਦਾ ਕੁਐਸਚਨਾਂ ਦਾ ਵੈਸੇ ਹੀ ਨੌਲੇਜ ਸੀ ਵੀ ਇੱਦਾਂ ਦੇ ਕੁਐਸਚਨ ਆਉਂਦੇ ਨੇ, ਇੱਦਾਂ ਦੇ ਆਉਂਦੇ ਨੇ। ਕਾਫੀ ਜ਼ਿਆਦਾ ਮੈਨੂੰ ਮਤਲਬ ਉਹ ਮੇਰਾ ਮਸਲਾ ਹੱਲ ਹੀ ਹੋ ਗਿਆ ਸਮਝੋ। ਫਿਰ ਮੈਨੂੰ ਕੋਈ ਪ੍ਰੋਬਲਮ ਨਹੀਂ ਪਈ, ਚੌਥੀ ਵਾਰੀ ਪਾਸ ਹੋ ਗਿਆ। ਸੋ ਜਦੋਂ ਚੌਥੀ ਵਾਰੀ ਪੇਪਰ ਦੇ ਕੇ ਤੁਸੀਂ ਘਰ ਆਏ, ਹੈ ਨਾ, ਤਾਂ ਤੁਹਾਡੇ ਵਾਈਫ ਵੀ ਤੁਹਾਨੂੰ ਕਹਿੰਦੇ ਹੋਣਗੇ ਕਿ ਹੁਣ ਫਿਰ ਪੇਪਰ ਦੇ ਕੇ ਆਏ ਹੋ, ਤਾਂ ਜਦੋਂ ਰਿਜ਼ਲਟ ਆਉਣਾ ਹੁੰਦਾ, ਰਿਜ਼ਲਟ ਦੀ ਪਤਾ ਅੱਜ ਡੇਟ ਹੋਏਗੀ, ਅਨਾਊਂਸ ਹੋਏਗਾ, ਰਿਜ਼ਲਟ ਆਉਣਾ ਅੱਜ, ਨਾ, ਤਾਂ ਉਸ ਵੇਲੇ ਕਿੰਨੀ ਕੁ ਐਕਸਾਈਟਮੈਂਟ ਸੀ ਕਿ ਮੈਂ ਰਿਜ਼ਲਟ ਦੇਖਣਾ ਆ ਅਤੇ ਅੱਜ ਪਤਾ ਨਹੀਂ ਕੀ ਹੋਏਗਾ, ਕੋਈ 3 ਵਾਰ ਪਹਿਲਾਂ ਰਹਿ ਗਿਆ, ਹੁਣ ਚੌਥੀ ਵਾਰ ਅੱਜ ਰਿਜ਼ਲਟ ਦੀ ਡੇਟ ਆਉਣੀ ਹੈਗੀ? ਜੀ, ਮੈਂ ਇੱਦਾਂ ਹੀ ਸੀ। ਜਦੋਂ ਹੁਣ ਸਾਡੇ ਰਿਜ਼ਲਟ ਆਉਣਾ ਹੁੰਦਾ ਸੀਗਾ ਅਤੇ ਸਾਡੀ ਫੈਮਿਲੀ ਨੂੰ ਇੰਨਾ ਜ਼ਰੂਰ ਪਤਾ ਸੀਗਾ ਵੀ ਆਰਮੀ ਵਿੱਚ ਵੀ ਪੂਰੇ ਮਿਹਨਤ ਕਰਦੇ ਸੀਗੇ ਵੀ ਇਹ ਜਿਹੜੇ ਕੰਮ ਨੂੰ ਲੈਂਦੇ ਨੇ ਮਤਲਬ ਉਹਨੂੰ ਸਫਲਤਾ ਪ੍ਰਾਪਤ ਹੁੰਦੀ ਆ, ਵਾਹਿਗੁਰੂ ਦੀ ਕਿਰਪਾ। ਅਤੇ ਫਿਰ ਇਹ ਜਦੋਂ ਰਿਜ਼ਲਟ ਜਿਸ ਦਿਨ ਪਾਸ ਹੋਇਆ, ਉਸ ਦਿਨ ਸਾਨੂੰ ਬਹੁਤ ਜ਼ਿਆਦਾ ਵੇਟ ਸੀਗੀ ਵੀ ਅੱਜ ਰਿਜ਼ਲਟ ਆ ਰਿਹਾ। ਪਰ ਮਤਲਬ ਖੁਸ਼ੀ ਦੀ ਹੱਦ ਨਹੀਂ ਰਹੀ ਜਦੋਂ ਮੈਨੂੰ ਇੱਕ ਸਾਡੀ HR ਦੇ ਵਿੱਚੋਂ ਮੈਡਮ ਨੇ ਫ਼ੋਨ ਕਰਕੇ ਦੱਸਿਆ ਵੀ ਪਰਮਜੀਤ ਸਿੰਘ ਵਧਾਈ ਹੋਵੇ, ਤੁਸੀਂ ਮਤਲਬ ਅਸਿਸਟੈਂਟ ਮੈਨੇਜਰ ਪ੍ਰਮੋਟ ਹੋ ਗਏ ਹੋ। ਮੈਨੂੰ ਉਹ ਜਿਹੜਾ 3 ਵਾਰ ਮੈਂ ਫੇਲ ਹੋਇਆ ਸੀਗਾ ਸਾਰਾ ਭੁੱਲ ਗਿਆ, ਕਿਉਂਕਿ ਮੈਨੂੰ ਇੱਦਾਂ ਸੀ ਮੇਰੇ ਵਾਸਤੇ ਇੱਕ ਨਵੀਂ ਆਸ਼ਾ ਦੀ ਕਿਰਨ ਉੱਠ ਖੜੀ ਅਤੇ ਵੀ ਮੈਂ ਉਹ ਚੀਜ਼ ਦੀ ਸਫਲਤਾ ਪ੍ਰਾਪਤ ਕਰ ਲਈ। ਵੈਸੇ ਨਾ, ਜਦੋਂ ਅਸੀਂ ਪੇਪਰ ਦੇਣਾ ਹੁੰਦਾ ਤਾਂ ਅਸੀਂ ਪਹਿਲਾਂ ਗੁਰਦੁਆਰੇ 'ਚ ਜਾ ਕੇ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਨਾ, ਤਾਂ ਕਈ ਵਾਰੀ ਸੁੱਖਣਾ ਵੀ ਬੜੀਆਂ ਸੁੱਖ ਲੈਣੇ ਆ। ਖਾਸ ਤੌਰ 'ਤੇ ਔਰਤਾਂ ਦੀ ਗੱਲ ਕਰੀ, ਘਰ ਦੇ ਆਪਣੀ ਪਤਨੀ ਦੀ ਤੁਹਾਡੀ ਗੱਲ ਕਰੀਏ ਜਾਂ ਮਾਤਾ ਜੀ ਨੇ ਤਾਂ ਉਹਨਾਂ ਦੀ ਗੱਲ ਕਰੀਏ, ਤਾਂ ਅਕਸਰ ਕਹਿੰਦੇ ਨੇ ਕਿ ਸਾਡਾ ਪੁੱਤ ਜਾਂ ਸਾਡਾ ਪਤੀ ਜਿਹੜਾ ਆ ਪਰਮਾਤਮਾ ਸਫਲ ਹੋ ਜੇ, ਅਸੀਂ ਸੁੱਖਣਾ ਸੁੱਖਦੇ ਪਾਠ ਸੁੱਖ ਲੈਂਦੀਆਂ ਨੇ। ਕਦੇ ਉਹ ਤਾਂ ਨਹੀਂ ਹੋਇਆ, ਪਾਠ ਤਾਂ ਨਹੀਂ ਸੁੱਖੇ ਸੀ? ਹਾਂ, ਨਹੀਂ, ਸਾਡੇ ਇੱਦਾਂ ਦੀ ਕੋਈ ਚੱਕਰ ਨਹੀਂ। ਮੈਂ ਮਹਾਰਾਜ ਨੂੰ ਮੰਨਦਾ, ਗੁਰੂ ਘਰ ਨੂੰ ਸਿਰਫ। ਸਾਡੇ ਘਰ ਵੀ ਮਹਾਰਾਜ ਦਾ ਰੂਮ ਬਣਾਇਆ ਵਧੀਆ, ਉੱਥੇ ਹੀ ਅਸੀਂ ਅਰਦਾਸ ਕਰਦੇ ਹਾਂ ਸਵੇਰੇ ਸ਼ਾਮ। ਸਾਰੀ ਮਤਲਬ ਸਾਡੀ ਫੈਮਿਲੀ ਪਾਠ ਕਰਦੀ ਆ, ਉੱਥੇ ਹੀ ਅਰਦਾਸ ਕਰੀਦੀ ਆ, ਬੈਠ ਕੇ ਸਿਮਰਨ ਕਰੀਦਾ ਪਰਮਾਤਮਾ ਦਾ। ਵਿਚਾਲੇ ਕੋਈ ਵਿਚੋਲਾ ਨਹੀਂ ਰੱਖੀਦਾ ਵੀ ਉਹਨੂੰ ਕਹਿਣਾ ਨਾ, ਉੱਪਰ ਵਾਲਾ ਸਾਡੇ ਅਕੋਰਡਲੀ ਆਪੇ ਹੀ ਕਰੇਗਾ ਜਦ ਅਸੀਂ ਉਹਦਾ ਨਾਮ ਜਪਦੇ ਹਾਂ। ਸਾਨੂੰ ਉੱਦਾਂ ਹੀ ਮਿਲਿਆ ਫਲ। ਬਿਲਕੁਲ ਜੀ। ਹਾਂਜੀ, ਜਦੋਂ ਤੁਸੀਂ ਰਿਟਾਇਰਡ ਹੋ ਕੇ ਆਰਮੀ ਤੋਂ ਵਾਪਸ ਆਉਂਦੇ ਹੋ ਪਿੰਡ ਪੁੜੈਨ ਦੇ ਵਿੱਚ ਆ ਕੇ, ਤੁਹਾਡੇ ਕੋਲ ਕੋਈ ਕੰਮ ਕਾਜ ਜਦੋਂ ਨਹੀਂ ਹੁੰਦਾ, ਆਰਥਿਕ ਹਾਲਾਤ ਕਿਵੇਂ ਦੇ ਸੀ ਕਿ ਟੈਕਸੀ ਚਲਾਉਣੀ ਪੈ ਗਈ ਤੁਹਾਨੂੰ? ਮੈਂ ਹੁਣ ਆਪਣੇ ਆਰਥਿਕ ਹਾਲਾਤ ਤਾਂ ਤੁਹਾਨੂੰ ਨਹੀਂ ਦੱਸ ਸਕਦਾ, ਇੰਨੇ ਘਟੀਆ ਸੀਗੇ ਕਿ ਮਤਲਬ ਬਹੁਤ ਜ਼ਿਆਦਾ ਮਤਲਬ ਹਾਲਾਤ ਮਾੜੇ ਹੀ ਸੀ ਸਮਝੋ, ਹੈ ਨਾ। ਅਤੇ ਵੀ ਮੈਨੂੰ ਆਪ ਮਨ ਭਰਦਾ ਮਤਲਬ ਇਹ ਗੱਲਾਂ ਸੋਚ ਕੇ, ਪਰ ਵਾਹਿਗੁਰੂ ਨੇ ਹੌਲੀ ਹੌਲੀ ਹੱਥ ਫੜਿਆ। ਟੈਕਸੀ ਚਲਾਉਣੀ, ਦਿਨ ਰਾਤ ਸੜਕਾਂ 'ਤੇ ਗੇੜੇ ਦੇਣੇ, ਬੜਾ ਮਤਲਬ ਮੁਸ਼ਕਿਲ ਕੰਮ ਸੀਗਾ। ਉੱਦਾਂ ਤਾਂ ਆਰਮੀ ਮੈਨ ਸੀ, ਰਾਤ ਦਿਨੇ ਡਿਊਟੀਆਂ ਉੱਧਰ ਵੀ ਦਿੰਦੇ ਸੀ, ਪਰ ਇੱਧਰ ਫਿਰ ਇਹ ਥੋੜ੍ਹਾ ਡਿਫਰੈਂਟ ਸੀਗਾ ਕੰਮ, ਹੈ ਨਾ। ਅਤੇ ਫਿਰ ਮੈਂ ਆਪਣੇ ਬੱਚੇ ਵੀ ਮੇਰੇ ਪੜ੍ਹਦੇ ਸੀਗੇ, ਜਿਨ੍ਹਾਂ ਦੀ ਫੀਸ ਵੀ ਕਾਫੀ ਜ਼ਿਆਦਾ ਸੀਗੀ, ਕਿਉਂ ਬੇਟਾ ਇੰਜੀਨੀਅਰਿੰਗ ਕਰਦਾ ਸੀ, ਬੇਟੀ ਵੀ ਪੜ੍ਹਦੀ ਸੀ। ਪਰ ਉਹਨਾਂ ਅਕੋਰਡਲੀ ਫਿਰ ਮੈਂ ਪੂਰੀ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਬੱਚਿਆਂ ਨੂੰ ਵੀ ਪੜ੍ਹਾਇਆ ਚੰਗੀ ਤਰ੍ਹਾਂ। ਅਤੇ ਹੌਲੀ ਹੌਲੀ ਚਲੋ ਮੈਨੂੰ ਇੱਧਰ ਸਰਵਿਸ ਮਿਲ ਗਈ ਤਾਂ ਸਾਡਾ ਸੈਟਲ ਹੋ ਗਿਆ ਕੰਮ। ਟੈਕਸੀ ਚਲਾਉਂਦੇ ਸਮੇਂ ਕਈ ਵਾਰ ਇੱਦਾਂ ਹੁੰਦਾ ਕਿ ਸਾਰਾ ਦਿਨ ਵੇਟ ਕਰੀ ਜਾਣੀ, ਕੋਈ ਗੇੜਾ ਨਹੀਂ ਆਉਂਦਾ ਹੁੰਦਾ ਸੀ। ਕਈ ਵਾਰ ਜੇ ਗੇੜਾ ਆ ਵੀ ਜਾਂਦਾ ਸੀ ਤਾਂ ਕਿੰਨੇ ਕੁ ਮੈਕਸੀਮਮ ਪੈਸੇ ਕਮਾ ਕੇ ਲੈ ਆਉਂਦੇ ਸੀ? ਕਿਉਂਕਿ 3-4 ਸਾਲ ਤੁਸੀਂ ਟੈਕਸੀ ਚਲਾਈ ਹੈ, ਤਾਂ ਉਹਦੇ ਵਿੱਚ ਕਿੰਨਾ ਕੁ ਤੁਹਾਨੂੰ ਲੱਗਾ ਕਿ ਸੈਟਿਸਫਾਈਡ ਸੀ? ਬੱਚੇ ਦੀ ਫੀਸਾਂ ਨਿਕਲ ਜਾਂਦੀਆਂ ਸੀ, ਘਰ ਦੇ ਖਰਚੇ ਹੋ ਜਾਂਦੇ ਸੀ, ਕਿ ਨਾਲ ਕੋਈ ਹੋਰ ਕੰਮ ਵੀ ਕਰਨਾ ਪਿਆ? ਮੈਨੂੰ ਇੱਦਾਂ ਸੀ, ਮੈਂ ਜਦੋਂ ਟੈਕਸੀ ਚਲਾਉਂਦਾ ਸੀ, ਮੈਂ ਉਹਦੇ ਨਾਲ ਇੱਕ ਸਾਡੀ ਸਕੂਲ ਦੇ ਮੂਹਰੇ ਮੈਂ ਦੁਕਾਨ ਪਾਈ ਹੋਈ ਸੀ ਛੋਟੀ ਜਿਹੀ,
ਉਹ ਦੁਕਾਨ ਵਿੱਚੋਂ ਵੀ ਸਾਨੂੰ ਕਾਫੀ ਕਮਾਈ ਆ ਜਾਂਦੀ ਸੀ, ਕਿਉਂ ਮੈਂ ਉਹਦੇ ਵਿੱਚ ਰੀਚਾਰਜ ਵਗੈਰਾ ਸਾਰੀ ਚੀਜ਼ਾਂ ਰੱਖੀਆਂ ਹੋਈਆਂ ਸੀ। ਅਤੇ ਵੀ ਬਾਕੀ ਟੈਕਸੀ ਨੇ ਵੀ ਸਾਡਾ ਕਾਫੀ ਸਾਥ ਦਿੱਤਾ, ਕਿਉਂ ਪੈਸੇ ਥੋੜ੍ਹੇ ਬਹੁਤੇ ਕਮਾਉਂਦੇ ਹੀ ਸੀ, ਡੇਲੀ ਮੈਨੂੰ ਗੇੜਾ ਮਿਲਦਾ ਸੀ। ਕਿਉਂ ਮੇਰੇ ਬਿਹਾਰ ਦੇ ਸਿਰ 'ਤੇ ਹੀ ਜਿੱਦਾਂ ਮੈਂ ਲੋਕਾਂ ਦੇ ਨਾਲ ਵਧੀਆ ਵਿਹਾਰ ਕਰਦਾ ਸੀਗਾ, ਅਤੇ ਡੈਫੀਨੇਟਲੀ ਤਕਰੀਬਨ ਮੈਨੂੰ ਡੇਲੀ ਗੇੜਾ ਮਿਲਦਾ ਹੀ ਰਹਿੰਦਾ ਸੀ। ਉਹਦੇ ਨਾਲ ਮੇਰੇ ਬੱਚਿਆਂ ਦੀ ਫੀਸ ਵਗੈਰਾ ਨਿਕਲਦੀ ਸੀ, ਕੁਛ ਮੇਰੀ ਪੈਨਸ਼ਨ ਮਿਲਦੀ ਸੀ ਮੈਨੂੰ ਆਰਮੀ ਦੇ ਵਿੱਚੋਂ, ਅਤੇ ਉਹਦੇ ਨਾਲ ਸਾਡਾ ਗੁਜ਼ਾਰਾ ਚੱਲੀ ਜਾਂਦਾ ਸੀ, ਵਧੀਆ ਚੱਲਦਾ ਸੀ। ਉਸ ਸਮੇਂ ਦੇ ਵਿੱਚ ਕਦੇ ਭਾਵੁਕ ਵੀ ਹੋਏ ਹੋ ਤੁਸੀਂ, ਬੜੇ ਇਮੋਸ਼ਨਲ ਹੋਏ ਹੋ ਕਦੇ? ਹਾਂਜੀ, ਬਹੁਤ ਵਾਰੀ ਹੋਣਾ ਪਿਆ। ਕਈ ਵਾਰੀ ਤਾਂ ਇੱਦਾਂ ਹੁੰਦਾ ਵੀ ਬੱਚੇ ਦੀ ਫੀਸ ਹੀ ਨਹੀਂ ਆਪਾਂ ਪੂਰੀ ਕਰ ਸਕਦੇ, ਬਟ ਇੱਦਾਂ ਕੋਈ ਨਾ ਕੋਈ ਉਹਦਾ ਸੋਲਿਊਸ਼ਨ ਨਿਕਲਦਾ ਰਿਹਾ, ਪਰਮਾਤਮਾ ਕੱਢਦੇ ਰਹੇ ਨੇ। ਅਤੇ ਅੱਜ ਮਤਲਬ ਮਹਾਰਾਜ ਦੀ ਕਿਰਪਾ ਨਾਲ ਇੰਨੀ ਕਾਬਲੀਅਤ ਆ ਵੀ ਅਸੀਂ ਕਿਸੇ ਦੀ ਫੀਸ ਵੀ ਭਰ ਦਾਂਗੇ ਤਾਂ ਵੀ ਸਾਨੂੰ ਕੋਈ ਫਰਕ ਨਹੀਂ। ਅਸੀਂ ਉਹ ਦਿਨ ਕਦੇ ਭੁੱਲਣ ਵਾਲੇ ਨਹੀਂ ਸਾਨੂੰ, ਅਤੇ ਉਹਨੂੰ ਹਰ ਟਾਈਮ ਅਸੀਂ ਯਾਦ ਰੱਖਦੇ, ਪਰਮਾਤਮਾ ਆਸਰੇ। ਬਿਲਕੁਲ, ਇਹ ਚੀਜ਼ ਮੰਨਦੇ ਹੋ ਕਿ ਜੇ ਅਸੀਂ ਮਿਹਨਤ ਵੀ ਕਰਦੇ ਹਾਂ, ਨਿਮਰਤਾ ਵੀ ਰੱਖਦੇ ਹਾਂ, ਤਾਂ ਕਿਸੇ ਦਾ ਮਾੜਾ ਨਹੀਂ ਕਰਦੇ, ਤਾਂ ਪਰਮਾਤਮਾ ਖੁਦ ਸਾਡੀ ਬਾਂਹ ਫੜ ਕੇ ਸਾਨੂੰ ਬਹੁਤ ਉੱਚਾ ਲੈ ਕੇ ਜਾਂਦਾ ਹੈ। ਜੇ ਤੁਸੀਂ ਇੰਨਾ ਸਮਾਂ ਮਾੜਾ ਵੀ ਦੇਖਿਆ ਕਿ ਫੀਸਾਂ ਤੱਕ ਭਰਨ ਲਈ ਪੈਸੇ ਨਹੀਂ ਸੀ ਉਸ ਦੌਰਾਨ, ਔਰ ਫਿਰ ਵੀ ਤੁਸੀਂ ਆਪਣੀ ਹਿੰਮਤ ਨਹੀਂ ਹਾਰੀ ਹੈਗੀ, ਅਤੇ ਤੁਸੀਂ ਨਾਲ ਆਪ ਵੀ ਪੜ੍ਹੇ ਹੋ। ਫਿਰ ਜਦੋਂ ਆਪ ਪੜ੍ਹੇ ਹੋ ਉਦੋਂ ਕਿੰਨਾ ਕੁ ਖਰਚਾ ਆਇਆ ਤੁਹਾਡੀ ਪੜ੍ਹਾਈ ਦੇ ਉੱਪਰ? ਕੋਈ ਹੈਗੀ ਸੀ ਕਿ ਤੁਸੀਂ ਜਿੱਦਾਂ ਘਰ ਕੋਈ ਟਿਊਸ਼ਨ ਰੱਖੀ ਸੀ ਜਾਂ ਆਪਣੇ ਆਪ ਹੀ ਪੜ੍ਹੀ ਗਏ ਘਰ? ਨਹੀਂ, ਮੈਂ ਇੱਦਾਂ ਮੈਨੂੰ ਜਿਹੜੀ ਬੈਂਕਿੰਗ ਲੈਣ ਦੀਆਂ, ਜਿੱਦਾਂ ਮੇਰੇ ਨਾਲ ਸਟਾਫ ਰਿਹਾ ਸਾਡੇ, ਉਹ ਮੈਨੂੰ ਦੱਸਦੇ ਰਹੇ ਵੀ ਬੈਂਕਾਂ ਦੇ ਪੇਪਰ ਇੱਦਾਂ ਦੇ ਹੁੰਦੇ ਆ। ਉਹਨਾਂ ਕੋਲ ਕਾਫੀ ਬੁੱਕਸ ਹੁੰਦੀਆਂ ਸੀਗੀਆਂ, ਜਿਹੜੇ ਸਾਡੇ ਕੋਲ ਨਵੇਂ ਜੁਆਇਨ ਹੋਏ ਸੀ। ਉਹਨਾਂ ਤੋਂ ਬੁੱਕਸ ਲੈ ਕੇ ਫਿਰ ਮੈਂ ਘਰੇ ਆਪ ਉਹਨਾਂ ਦੇ ਅਕੋਰਡਲੀ ਸਟੱਡੀ ਖੁਦ ਕੀਤੀ। ਕੋਈ ਟਿਊਸ਼ਨ ਨਹੀਂ ਲਈ, ਕੁਛ ਨਹੀਂ ਲਿਆ। ਫਿਰ ਉਹਨਾਂ ਤੋਂ ਹੀ ਕਾਫੀ ਜ਼ਿਆਦਾ ਸੇਧ ਲਈ ਵੀ ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਵੀ ਆਪਾਂ ਇਹਨੂੰ ਕਿੱਦਾਂ ਹੱਲ ਕਰ ਸਕਦੇ ਹਾਂ। ਕਾਫੀ ਉਹਨਾਂ ਨੇ ਮੈਨੂੰ, ਜਿਹੜੇ ਮੇਰੇ ਨਾਲ ਮੇਰੇ ਨਾਲ ਕੈਸ਼ੀਅਰ ਸੀਗੇ ਇੱਥੇ ਜੁਆਇਨ ਹੋਏ, ਅੰਕਿਤ ਕੁਮਾਰ, ਅੱਜ ਕੱਲ੍ਹ ਬਿਹਾਰ ਦੇ ਵਿੱਚ ਨੇ, ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਗਾਈਡ ਕੀਤਾ ਇਹਦੇ ਬਾਰੇ। ਉਹ ਪਹਿਲੇ ਗੁਰੂ ਸਮਝੋ ਮੇਰੇ ਉਹ ਸੀ, ਜਿਨ੍ਹਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਬੈਂਕ ਦੇ ਵਿੱਚ ਕਲੈਰੀਕਲ ਦਾ ਪੇਪਰ ਦਿਓ, ਆਰਾਮ ਨਾਲ ਵੀ ਤੁਸੀਂ ਇੰਨੇ ਵਧੀਆ ਪੜ੍ਹੇ ਲਿਖੇ ਹੋ ਤਾਂ ਕਲਰਕ ਬਣ ਜਾਓਗੇ। ਅਤੇ ਬਾਕੀ ਪਰਮਾਤਮਾ ਦਾ ਵੀ ਪੂਰਾ ਸਾਥ ਰਿਹਾ। ਪੇਪਰ ਦੇ ਵਿੱਚ ਕੋਈ ਕੁਐਸਚਨ ਅੜ ਗਿਆ ਹੋਵੇ ਜਿਹੜਾ ਤੁਹਾਨੂੰ ਲੱਗੇ ਕਿ ਸਮਝ ਹੀ ਨਹੀਂ ਆ ਰਿਹਾ, ਵੀ ਕਿੱਥੋਂ ਆ ਗਿਆ, ਆਊਟ ਆਫ ਸਿਲੇਬਸ, ਮੇਰੇ ਜ਼ਿਹਨ ਦੇ ਵਿੱਚ ਵੀ ਨਹੀਂ ਹੈ, ਸੁਣਿਆ ਵੀ ਨਹੀਂ ਹੈ, ਔਰ ਕੋਈ ਐਵੇਂ ਦਾ ਹੁਣ ਤੱਕ ਤੁਹਾਨੂੰ ਯਾਦ ਹੋਵੇ ਕਿ ਮੇਰੇ ਤੋਂ ਸੋਲਵ ਨਹੀਂ ਹੋਇਆ ਸੀ ਇਹ ਵਾਲਾ ਕੁਐਸਚਨ, ਅਤੇ ਬਾਅਦ 'ਚ ਹੁਣ ਇਸ ਪੋਸਟ 'ਤੇ ਆ ਕੇ ਉਸ ਕੁਐਸਚਨ ਦੇ ਬਾਰੇ ਸਰਚ ਕੀਤੀ ਹੋਵੇ ਤੁਸੀਂ? ਮੈਂ ਤੁਹਾਨੂੰ ਦੱਸਿਆ, ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜਾ ਗ੍ਰਾਮਰ ਦੇ ਵਿੱਚੋਂ ਮਾਰ ਖਾਂਦੇ ਸੀ, ਉਹ ਮੈਂ ਜਦੋਂ ਉਹਨੂੰ ਦੇਖਦਾ ਪਿੱਛੇ ਨੂੰ, ਵੀ ਉਹ ਗ੍ਰਾਮਰ ਦੇ ਵਿੱਚੋਂ ਮੈਨੂੰ ਸਮਝ ਹੀ ਨਹੀਂ ਸੀ ਲੱਗਦੀ ਕੀ ਇਹਦਾ ਉੱਤਰ ਦਈਏ। ਅਤੇ ਪਰ ਉਹ ਹੁਣ ਤਾਂ ਉਹਨਾਂ ਦਾ ਪਤਾ ਲੱਗਦਾ ਵੀ ਇਹਦਾ ਉੱਤਰ ਆਹ ਸੀਗਾ, ਪਰ ਉਸ ਟਾਈਮ 'ਤੇ ਨਹੀਂ ਸਮਝ ਲੱਗਦੀ, ਕਾਫੀ ਜ਼ਿਆਦਾ ਔਖਾ ਕੰਮ ਲੱਗਦਾ ਸੀ। ਹੁਣ ਅੰਗਰੇਜ਼ੀ ਕਿੰਨੀ ਕੁ ਵਧੀਆ ਹੋ ਗਈ ਆ, ਕਿਉਂਕਿ 3 ਵਾਰ ਪੇਪਰ ਦੇ ਲਿਆ, 4ਥੀ ਵਾਰ ਪਾਸ ਹੋ ਗਏ, ਹੁਣ ਤਾਂ ਅੱਛੀ ਪੋਸਟ 'ਤੇ ਵੀ ਬੈਠ ਗਏ ਹੋ। ਨਹੀਂ, ਮੈਂ ਉਹ ਤਾਂ ਕਹਿ ਨਹੀਂ ਸਕਦਾ, ਕਿਉਂਕਿ ਪੰਜਾਬੀ ਆ ਫਿਰ ਵੀ ਅਕਸਰ, ਵੀ ਅੰਗਰੇਜ਼ੀ ਇੰਨੀ ਤਾਂ ਨਹੀਂ ਆਉਂਦੀ, ਪਰ ਇੱਦਾਂ ਮੈਨੂੰ ਸਾਰੀ ਚੀਜ਼ ਦੀ ਸਮਝ ਆ, ਵੀ ਜਿਹੜੀ ਚੀਜ਼ ਮੈਂ ਉਹਦਾ ਮੀਨਿੰਗ ਸਮਝ ਲੈਣਾ, ਵੀ ਕੀ ਇਹਦਾ ਮੈਂ ਉਹਦਾ ਰਿਪਲਾਈ ਦੇ ਸਕਦਾ, ਮਤਲਬ ਲਿਖ ਕੇ, ਅਤੇ ਸਾਰਾ ਮੈਨੂੰ ਸਮਝ ਆ ਬਾਈ। ਜਿੱਦਾਂ ਹੁਣ ਬੈਂਕ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਕਈ, ਜਿਸ ਪਿੰਡ ਦੇ ਵਿੱਚ ਤੁਸੀਂ ਅਖਾੜਾ ਪਿੰਡ ਵਿੱਚ ਨੌਕਰੀ ਕੀਤੀ ਗਨਮੈਨ ਵਜੋਂ, ਹੈ ਨਾ, ਆਪਣੀ ਸਾਂਝ ਨਾ ਕਿਸੇ ਵੀ ਪਿੰਡ ਵਾਲੇ ਨਾਲ ਪੈ ਜਾਂਦੀ ਹੁੰਦੀ ਹੈ। ਪਿੰਡ ਦੇ ਬਹੁਤ ਲੋਕ ਜਦੋਂ ਆਉਂਦੇ ਜਾਂਦੇ ਨਾ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਨਿਕਲਦੇ ਹੋਣਗੇ, ਤੁਸੀਂ ਜਦੋਂ ਦਰਵਾਜ਼ਾ ਖੋਲ੍ਹਿਆ ਕਰਦੇ ਸੀਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਬੈਂਕ ਦੇ ਕੰਮ ਕਾਜ ਕਰਾ ਕੇ ਵਾਪਸ ਚਲ ਜਾਣਾ। ਕੋਈ ਨਾ ਕੋਈ ਇੱਦਾਂ ਵੈਸੇ ਪੰਜਾਬੀਆਂ ਦੀ ਆਦਤ ਹੁੰਦੀ, ਜਾਣ ਪਛਾਣ ਪੱਕਾ ਕੱਢ ਹੀ ਲੈਂਦੇ ਹੁੰਦੇ ਆ ਨਾ। ਤੁਹਾਨੂੰ ਉਹ ਪਿੰਡ ਦੇ ਲੋਕ ਉਸ ਟਾਈਮ 'ਤੇ ਜਾਣਦੇ, ਕਿਸੇ ਨੇ ਪਛਾਣ ਕੱਢੀ। ਫਿਰ ਜਦੋਂ ਤੁਸੀਂ ਹੁਣ ਵੱਡੀ ਪੋਸਟ 'ਤੇ ਆ ਕੇ ਕੁਰਸੀ 'ਤੇ ਬੈਠੇ ਹੋ, ਤਾਂ ਉਹੀ ਪਿੰਡ ਵਾਲੇ ਕਿਤੇ ਅਚਾਨਕ ਆਏ ਹੋਣ ਤਾਂ ਸਾਹਮਣੇ ਤੁਸੀਂ ਬੈਠੇ ਹੋ, ਉਹ ਵਾਲੀ ਯਾਦ ਕੁਛ ਹੈਗੀ ਹੈ ਤਾਂ ਸਾਂਝਾ ਕਰਿਓ। ਹਾਂਜੀ, ਇੱਦਾਂ ਮੈਂ ਪਿੰਡ ਦੇ ਨਾ, ਮੈਂ ਜਦੋਂ ਗਨਮੈਨ ਸੀਗਾ, ਮੈਂ ਹਰ ਕਸਟਮਰ ਨਾਲ ਚੰਗਾ ਰਿਲੇਸ਼ਨ ਰੱਖਦਾ ਸੀ। ਹੁਣ ਵੀ ਤੁਸੀਂ ਮੇਰੇ ਨਾਲ ਪਿੰਡ ਦੇ ਵਿੱਚ ਨਿਕਲੋਗੇ, ਹਰ ਕਸਟਮਰ, ਕੋਈ ਬਜ਼ੁਰਗ ਹੋਏਗਾ ਜਾਂ ਕੋਈ ਵੀ ਭੈਣ ਮਿਲੇਗੀ, ਉਹ ਸਾਰੇ ਆਪਾਂ ਨੂੰ ਕਹਿਣਗੇ ਵੀ ਆ ਜਾਓ ਸਾਡੇ ਘਰੇ ਚਾਹ ਪੀ ਕੇ ਜਾਓ। ਇੰਨਾ ਜ਼ਿਆਦਾ ਮਤਲਬ ਮੈਂ ਲੋਕਾਂ ਦੇ ਨਾਲ, ਸਾਰੇ ਇਲਾਕੇ ਨਾਲ ਸੰਬੰਧ ਬਣਾ ਲਏ ਸੀ, ਗਾਰਡ ਹੁੰਦੇ। ਹੁਣ ਜਦੋਂ ਉਹ ਆਉਂਦੇ ਨੇ, ਉਹ ਆ ਕੇ ਦੇਖਦੇ ਨੇ ਵੀ ਹਾਂ ਵੀ ਵੀਰ ਜੀ ਅਫਸਰ ਨੇ, ਮੈਂ ਕਿਹਾ ਹਾਂ ਵੀ ਤੁਹਾਡੀ ਕਿਰਪਾ ਨਾਲ ਹੀ ਅਫਸਰ ਬਣੇ ਆ। ਕਿਉਂ ਮੈਂ ਲੋ ਲੈਵਲ ਤੋਂ ਉੱਠਿਆ, ਮੈਂ ਵੀ ਇੱਕ ਗਰੀਬ ਘਰ ਨੂੰ ਹੀ ਬਿਲੋਂਗ ਕਰਦਾ, ਪਰ ਐਂ ਆ ਵੀ ਮੈਂ ਉਨਾ ਹੀ ਸਤਿਕਾਰ ਇਹ ਪਬਲਿਕ ਨੂੰ ਦਿੰਦਾ ਜਿਹੜੇ ਮੇਰੇ ਕੋਲ ਆਉਂਦੇ ਸੀਗੇ। ਬਹੁਤ ਅੱਛਾ ਮਹਿਸੂਸ ਹੁੰਦਾ ਜਦੋਂ ਮੈਂ ਆ ਕੇ, ਮੈਨੂੰ ਕਹਿੰਦੇ ਆ, ਮਿਲਦੇ ਨੇ ਆ ਕੇ ਵੀ ਤੁਸੀਂ ਮੈਨੇਜਰ ਬਣ ਗਏ ਨਾ, ਵੀ ਵਧਾਈਆਂ, ਵੀ ਤੁਸੀਂ ਇਹ ਚੀਜ਼ ਦੇ ਲਾਇਕ ਸੀਗੇ। ਉਹਨਾਂ ਦੇ ਮੂੰਹੋਂ ਸੁਣਨਾ, ਉਹ ਮੈਨੂੰ ਹੋਰ ਵੀ ਮਾਣ ਹੁੰਦਾ ਇਹ ਚੀਜ਼ 'ਤੇ।
ਜਦੋਂ ਤੁਸੀਂ ਗਵਰਨਮੈਂਟ 'ਚ ਹੋ ਤੁਸੀਂ ਦੇਖਦੇ ਕਿ ਕਈ ਲੋਕੀ ਪ੍ਰੋਬਲਮ ਦੇ ਵਿੱਚ ਆਉਂਦੇ, ਕਈ ਵਾਰ ਬੈਂਕ ਦੇ ਵਿੱਚ ਸਮੱਸਿਆ ਹੱਲ ਵੀ ਨਹੀਂ ਹੁੰਦੀ ਹੈ, ਆ ਕੇ ਮੁੜ ਜਾਂਦੇ ਨੇ। ਕਈ ਲੋਕਾਂ ਦੇ ਫਾਰਮ ਭਰਨ ਵਾਲੇ ਪਿਆ ਹੁੰਦੇ ਨੇ, ਕਿਸੇ ਨੇ ਪੈਸੇ ਜਮ੍ਹਾਂ ਕਰਾਉਣੇ, ਕਿਸੇ ਨੇ ਕਢਵਾਉਣੇ ਜਾਂ ਕਿਸੇ ਦੀ ਅਕਾਊਂਟ ਖੁਲਵਾਉਣਾ, ਬੜੀਆਂ ਚੀਜ਼ਾਂ ਕਈ ਵਾਰ ਬੈਂਕ 'ਚ ਬਹੁਤ ਸਾਰੀਆਂ ਮੁਸ਼ਕਿਲ ਕਸਟਮਰ ਨੂੰ ਆਉਂਦੀਆਂ ਨੇ। ਤਾਂ ਤੁਸੀਂ ਕਈ ਵਾਰ ਉਹ ਜਿਹੜੀਆਂ ਚੀਜ਼ਾਂ ਗਨਮੈਨ ਵਜੋਂ ਦੇਖੀਆਂ ਹੋਣ ਅਤੇ ਅੱਜ ਜਦੋਂ ਤੁਸੀਂ ਕੁਰਸੀ 'ਤੇ ਬੈਠਣਾ ਸੀ ਉਸ ਵੇਲੇ ਸੋਚਿਆ ਹੋਵੇ ਕਿ ਇਹ ਪ੍ਰੋਬਲਮ ਮੈਂ ਸਭ ਤੋਂ ਪਹਿਲਾਂ ਜਾ ਕੇ ਹੱਲ ਕਰਨੀ ਹੈ। ਬਿਲਕੁਲ। ਮੈਂ ਪਹਿਲੀ ਗੱਲ ਤਾਂ ਜਦੋਂ ਮੈਂ ਗਨਮੈਨ ਲੱਗਾ ਸੀ, ਸਾਰਿਆਂ ਦੇ ਮੈਂ ਵੋਚਰ ਵਗੈਰਾ ਜਿਹਦਾ ਨਹੀਂ ਭਰਿਆ ਜਾਂਦਾ ਸੀ, ਮੈਂ ਕਹਿੰਦਾ ਮਾਤਾ ਜੀ ਬਾਪੂ ਜੀ ਮੇਰੇ ਕੋਲ ਲਿਆਓ, ਮੈਂ ਭਰ ਕੇ ਦਿੰਦਾ ਤੁਹਾਡਾ। ਇਸੇ ਚੀਜ਼ ਨੂੰ ਮੈਨੂੰ ਤਾਂ ਚੱਕਿਆ। ਅੱਜ ਮੇਰੀ ਕੁਰਸੀ ਦੇ ਉੱਤੇ ਕੋਈ ਬੰਦਾ ਕੋਈ ਪ੍ਰੋਬਲਮ ਲੈ ਕੇ ਆਵੇ, ਮੈਂ ਇੰਟਰਵਿਊ ਦੇਣ ਦੇ ਚੱਕਰ 'ਚੋਂ ਨਹੀਂ ਕਹਿ ਰਿਹਾ, ਵੈਸੇ ਫਿਜ਼ੀਕਲ ਵੀ ਜਦੋਂ ਦਾ ਮੈਂ ਅਫਸਰ ਬਣਿਆ ਮੇਰੀ ਸੀਟ ਤੋਂ ਹਰ ਬੰਦੇ ਦਾ ਕੰਮ ਹੋ ਕੇ ਜਾਏਗਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਉਹ ਸਰਦਾਰ ਸਾਹਿਬ ਕੋਲੇ ਪਿੱਛੇ ਗਿਆ ਸੀ ਅਤੇ ਮੇਰਾ ਕੰਮ ਨਹੀਂ ਹੋਇਆ। ਜਿੱਦਾਂ ਦਾ ਮਰਜ਼ੀ ਕੰਮ ਹੋਏਗਾ ਮੈਂ ਉਹਦਾ ਕੋਈ ਨਾ ਕੋਈ ਸਲਿਊਸ਼ਨ ਕੱਢ ਕੇ ਉਹਦਾ ਮਸਲਾ ਹੱਲ ਕਰਾਂਗਾ, ਕਿਸੇ ਵੀ ਤਰੀਕੇ ਨਾਲ ਕਰਾਂ। ਜਿੱਦਣ ਇਹ ਵਾਲੀ ਕੁਰਸੀ ਸਾਹਮਣੀ ਸੀ ਪਰਿਵਾਰ ਨਾਲ ਆਇਆ ਸੀ? ਨਹੀਂ, ਮੇਰੇ ਉਸ ਦਿਨ ਪਰਿਵਾਰ ਤੋਂ ਨਹੀਂ ਆਇਆ। ਮੈਂ ਮੈਨੂੰ ਮੈਨੂੰ ਅਪਾਇੰਟਮੈਂਟ ਮਿਲ ਗਈ ਆ, ਮਤਲਬ ਮੈਂ ਅਪਾਇੰਟ ਹੋ ਗਿਆ ਮੈਨੇਜਰ। ਹੁਣ ਜਿਸ ਦਿਨ ਜਿਹੜੀ ਬ੍ਰਾਂਚ ਦੇ ਵਿੱਚ ਮੈਨੂੰ ਦੇਣਗੇ, ਚਾਹੇ ਇਸੇ ਬ੍ਰਾਂਚ ਵਿੱਚ ਦੇਣ ਚਾਹੇ ਕਿਸੇ ਵੀ ਬ੍ਰਾਂਚ ਵਿੱਚ ਮੈਨੂੰ ਭੇਜਣਗੇ, ਉਸ ਦਿਨ ਫਿਰ ਮੇਰੀ ਬੇਟੀ ਵਗੈਰਾ ਸਾਰੇ ਆਉਣਗੇ। ਸਭ ਤੋਂ ਪਹਿਲਾਂ ਉਹਨਾਂ ਦੇ ਯੋਗਦਾਨ ਆ ਜਿਨ੍ਹਾਂ ਨੇ ਮੈਨੂੰ ਇਹ ਮਤਲਬ ਮੰਜ਼ਿਲ ਤੱਕ ਪਹੁੰਚਦਾ ਕੀਤਾ। ਗਲ 'ਚ ਕਾਰਡ ਜਿਹੜਾ ਪਾਇਆ ਹੋਇਆ ਇਹ ਨਵਾਂ ਬਣਿਆ, ਕਿਹੜਾ ਕੀ ਲਿਖਿਆ ਹੋਇਆ? ਪੁਰਾਣਾ ਹੀ ਹੈ ਮੇਰਾ ਕਾਰਡ। ਅੱਛਾ, ਗਨਮੈਨ ਵਾਲਾ ਹੈ? ਹਾਂਜੀ, ਇਹ ਨਹੀਂ, ਹਾਂਜੀ, ਅਸਿਸਟੈਂਟ ਮੈਨੇਜਰ ਵਾਲਾ। ਓਕੇ। ਹਾਂਜੀ, ਇਹ ਜਿਹੜਾ ਮੈਂ ਜਦੋਂ ਜਲੰਧਰ ਅਸਿਸਟੈਂਟ ਮੈਨੇਜਰ ਬਣ ਕੇ ਗਿਆ ਸੀਗਾ, ਉਹ ਜਗ੍ਹਾ ਦਾ ਕਾਰਡ ਆ। ਹੁਣ ਇਹਦੇ ਵਿੱਚ ਅਸਿਸਟੈਂਟ ਮੈਨੇਜਰ ਦੀ ਜਗ੍ਹਾ ਮੈਨੇਜਰ ਆ ਜਾਏਗਾ, ਨਵਾਂ ਬਣ ਜਾਏਗਾ ਕਾਰਡ। ਅੱਛਾ, ਵੈਸੇ ਤੁਸੀਂ ਗਲ 'ਚ ਪਾ ਕੇ ਰੱਖਿਆ? ਹਾਂਜੀ, ਇੱਦਾਂ ਇਹ ਤਾਂ ਆਪੋ ਆਪਣਾ ਸ਼ੌਂਕ ਆ। ਹੁਣ ਕਈ ਨਹੀਂ ਇੰਪਲਾਈ ਪਾਉਂਦੇ ਆਪਣੀ ਪਹਿਚਾਣ ਲੁਕਾਉਣ ਨੂੰ। ਅਸੀਂ ਆਪਣੀ ਪਹਿਚਾਣ ਕਿਉਂ ਲੁਕਾਵਾਂਗੇ? ਸਾਨੂੰ ਤਾਂ ਲੋਕਾਂ ਨੂੰ ਪਹਿਚਾਣ ਆਉਣੀ ਚਾਹੀਦੀ ਆ। ਮੈਂ ਇਸ ਕਰਕੇ ਮੈਂ ਜਦੋਂ ਦਾ ਇਹ ਬੈਂਕ ਜੁਆਇਨ ਕੀਤੀ ਆ, ਮੈਂ ਚਾਹੇ ਗਾਰਡ ਸੀ ਤਾਂ ਗਾਰਡ ਵਾਲਾ ਪਾਇਆ ਹੋਇਆ ਸੀ, ਮੈਂ ਕੈਸ਼ੀਅਰ ਸੀ ਤਾਂ ਕੈਸ਼ੀਅਰ ਵਾਲਾ ਪਾਇਆ ਸੀ, ਅੱਜ ਮੈਂ ਅਫਸਰ ਆ ਤਾਂ ਅਫਸਰ ਵਾਲਾ ਪਾਇਆ ਹੋਇਆ। ਸੋ ਦੇਖੋ, ਇਸ ਤੋਂ ਵੱਡਾ ਵੱਡਪਨ ਅਤੇ ਨਿਮਰਤਾ ਕੀ ਹੋ ਸਕਦੀ ਹੈ ਕਿ ਪੋਸਟ ਬੈਂਕ ਮੈਨੇਜਰ ਦੀ ਆ ਔਰ ਹਾਲੇ ਵੀ ਗੱਲ ਦੇ ਵਿੱਚ ਜਿਹੜਾ ਕਾਰਡ ਹੈ ਉਹ ਅਸਿਸਟੈਂਟ ਮੈਨੇਜਰ ਦਾ ਪਾਇਆ। ਇਹ ਨਹੀਂ ਸੋਚਿਆਗਾ ਕਿ ਮੈਂ ਵੱਡੀ ਪੋਸਟ 'ਤੇ ਆ ਗਿਆ ਤਾਂ ਮੇਰਾ ਕਾਰਡ ਨਹੀਂ ਬਣਿਆ ਤਾਂ ਮੈਂ ਕਾਰਡ ਕਿਉਂ ਪਾਵਾਂ। ਤਾਂ ਸ਼ਾਇਦ ਆਹੀ ਚੀਜ਼ ਹੈ ਇਹਨਾਂ ਨੂੰ ਅੱਜ ਇੱਥੇ ਲੈ ਕੇ ਆਈ ਹੈ, ਇਸ ਪੋਸਟ ਤੱਕ ਲੈ ਕੇ ਆਈ ਹੈ। ਸੋ ਜਦੋਂ ਹੁਣ ਬੈਂਕ ਦੇ ਅੰਦਰ ਤੁਹਾਡਾ ਜਿਹੜਾ ਸਟਾਫ ਹੈ ਸਾਰਾ, ਅਤੇ ਸਭ ਤੋਂ ਪਹਿਲਾਂ ਤਾਂ ਉਹ ਜਦੋਂ ਤੁਸੀਂ ਐਂਟਰ ਹੋਏ ਹੋ ਉਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਕੀ ਸੀਗੇ? ਉਹ ਚਿਹਰੇ ਕੀ ਕਹਿੰਦੇ ਸੀ? ਜੋ ਤੁਸੀਂ ਮਨ 'ਚ ਘਬਰਾਹਟ ਸੀਗੀ ਜਾਂ ਕੁਛ ਹੈਗਾ ਸੀ ਅੰਦਰ ਮਨ ਦੇ ਵਿੱਚ ਕਿ ਮੈਂ ਪਹਿਲਾਂ ਕੀ ਸੀ ਇਸ ਬੈਂਕ ਵਿੱਚ, ਹੁਣ ਮੈਂ ਇੱਕ ਹੋਰ ਪੋਸਟ 'ਤੇ ਆਇਆ, ਤਾਂ ਕੁਛ ਅੰਦਰੋਂ ਕੀ ਤੁਹਾਡਾ ਫੀਲਿੰਗ ਕਿਵੇਂ ਦੀ ਸੀ ਅੰਦਰ ਵਾਲੀ? ਉਹ ਇੱਦਾਂ ਮੈਂ ਇਹ ਚੀਜ਼ ਦੀ ਵਡਿਆਈ ਨਹੀਂ ਕਰਦਾ, ਇਹ ਪਰਮਾਤਮਾ ਦੀ ਵਡਿਆਈ ਆ। ਸਾਡਾ ਸਟਾਫ ਇੰਨਾ ਕੁ ਖੁਸ਼ ਸੀ ਜਦੋਂ ਰਾਤ ਨੂੰ ਰਿਜ਼ਲਟ ਆਇਆ। ਹਰ ਬੰਦੇ ਦਾ ਮੈਨੂੰ ਮੈਸੇਜ ਆਇਆ, ਹਰ ਬੰਦੇ ਨੇ ਸਾਨੂੰ ਮਤਲਬ ਫਿਜ਼ੀਕਲ ਫੋਨ ਕਰਕੇ ਕਿਹਾ ਵੀ ਪਰਮਜੀਤ ਸਿੰਘ ਤੁਸੀਂ ਇਹ ਕੰਮ ਦੇ ਲਾਇਕ ਸੀ ਜਿੱਥੇ ਤੁਸੀਂ ਪਹੁੰਚ ਗਏ ਹੋ। ਚਾਹੇ ਉਹ ਸਾਡਾ ਸਟਾਫ ਆ, ਚਾਹੇ ਕੋਈ ਦਿੱਲੀ ਬੈਠਾ, ਕੋਈ ਕਿਸੇ ਪਾਸੇ, ਚਾਹੇ ਕੋਈ ਬੰਬੇ ਬੈਠਾ, ਜਗ੍ਹਾ ਜਗ੍ਹਾ ਤੋਂ ਰਾਤ ਨੂੰ 11 ਵਜੇ ਤੱਕ ਤਾਂ ਮੈਂ ਫ਼ੋਨ ਅਟੈਂਡ ਹੀ ਨਹੀਂ ਕਰ ਸਕਿਆ ਸੀ ਜਿੰਨੇ ਫ਼ੋਨ ਮੈਨੂੰ ਰਾਤ ਨੂੰ ਆਏ ਨੇ ਜੀ। ਮਤਲਬ ਇੰਨੀ ਵਧੀਆ ਫੀਲਿੰਗ ਸੀ ਕਿਉਂ ਆਪਾਂ ਨਹੀਂ ਕਿਸੇ ਦਾ ਬੁਰਾ ਕੀਤਾ, ਹਰ ਬੰਦੇ ਨਾਲ ਪ੍ਰੇਮ ਰੱਖਿਆ। ਮੇਰਾ ਹਰ ਬ੍ਰਾਂਚ ਦੇ ਵਿੱਚ ਹਰ ਪੀਐਨ ਤੋਂ ਲੈ ਕੇ ਉੱਪਰ ਤੱਕ ਮੈਨੂੰ ਸਾਰਿਆਂ ਦੇ ਫੋਨ ਆਏ ਨੇ। ਕੀ ਬਾਤ ਹੈ ਜੀ। ਜਦੋਂ ਹੁਣ ਤੁਸੀਂ ਇੱਥੇ ਤੁਹਾਨੂੰ ਗਨਮੈਨ ਮਿਲਦੇ ਨੇ, ਤੁਹਾਡੇ ਵੀ ਹੁਣ ਬਾਹਰ ਦੇਖ ਕੇ ਆਈ ਸੀ ਬੈਂਕ ਦੇ ਬਾਹਰ ਗਨਮੈਨ ਖੜ੍ਹੇ ਹੋਏ ਸੀਗੇ, ਕਈ ਤਾਂ ਪੜ੍ਹੇ ਲਿਖੇ ਹੁੰਦੇ ਆ ਔਰ ਕਈ ਜਿਨ੍ਹਾਂ 'ਚ ਅਨਪੜ੍ਹ ਵੀ ਹੋਣਗੇ ਉਹਨਾਂ ਦੇ ਵਿੱਚੋਂ, ਤੁਸੀਂ ਉਹਨਾਂ ਨੂੰ ਬੂਸਟ ਕਿੱਦਾਂ ਕਰਦੇ ਹੋ? ਹੁਣ ਉਹਨਾਂ ਨੂੰ ਬੂਸਟ ਕਰੋਗੇ ਵੀ ਜਾਂ ਮਿਲੇ ਜਾਂ ਨਹੀਂ ਮਿਲੇ ਹਾਲੇ ਤੁਹਾਨੂੰ? ਮੈਂ ਜਦੋਂ ਵੀ ਮੈਂ ਬ੍ਰਾਂਚ ਦੇ ਵਿੱਚ ਆਉਣਾ, ਮੈਂ ਛੋਟੇ ਤੋਂ ਛੋਟੇ ਬੰਦੇ ਨੂੰ ਵੀ ਫਤਿਹ ਬੁਲਾ ਕੇ ਆਉਣਾ। ਮੈਂ ਇਹ ਨਹੀਂ ਸੋਚਦਾ ਵੀ ਮੈਂ ਅਫਸਰ ਹਾਂ, ਪਰ ਮੈਂ ਇਹੀ ਚੀਜ਼ ਨੂੰ ਲੈ ਕੇ ਚੱਲਦਾ ਹੁੰਦਾ ਵੀ ਇਹ ਮੇਰਾ ਘਰ ਆ। ਮੈਂ ਗਨਮੈਨ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਉਣਾ ਪਹਿਲਾਂ, ਅਗਰ ਉਹ ਨਹੀਂ ਬੁਲਾਏਗਾ ਮੈਂ ਬੁਲਾਵਾਂਗਾ। ਅਤੇ ਮੈਂ ਪੀਐਨ ਨੂੰ ਵੀ ਬੁਲਾਉਣਾ। ਪੀਐਨ ਚਾਹੇ ਮੇਰੇ ਤੋਂ ਥੱਲੇ ਵਾਲੇ ਰੈਂਕ ਦੇ ਵਿੱਚ ਆ, ਪਰ ਉਹ ਉਮਰ ਦੇ ਵਿੱਚ ਮੇਰੇ ਤੋਂ ਵੱਡਾ, ਮੈਂ ਉਹਦਾ ਉਹੀ ਸਤਿਕਾਰ ਕਰਦਾ। ਬਹੁਤ ਹੀ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਜਿਹੜੇ ਮੁਕਾਮ 'ਤੇ ਪਹੁੰਚੇ ਹੋ ਤੁਸੀਂ, ਇਹ ਬਹੁਤ ਵਧੀਆ ਵਾ। ਤੁਸੀਂ ਜੇ ਮਿਹਨਤ ਕੀਤੀ ਹੈ, ਤੁਹਾਡੇ ਤੋਂ ਲੈ ਕੇ ਹੋਰਾਂ ਨੂੰ ਬੜੀ ਪ੍ਰੇਰਨਾ ਆਏਗੀ ਕਿ ਤੁਸੀਂ ਪੜ੍ਹ ਕੇ ਪੜ੍ਹੇ, ਮਿਹਨਤ ਕੀਤੀ, ਰਾਤ ਜਾਗ। ਮੈਂ ਇਹ ਵੀ ਜਾਣਨਾ ਚਾਹਾਂਗੀ ਜਦੋਂ ਤੁਸੀਂ ਪੇਪਰ ਪੜ੍ਹਦੇ ਸੀ, ਤਿਆਰੀ ਕਰਦੇ ਸੀ ਪੇਪਰ 'ਚ, ਕਈ ਵਾਰ ਲਾਈਟ ਚਲੀ ਜਾਂਦੀ ਹੋਏਗੀ ਜਾਂ ਲਾਈਟ ਨਹੀਂ ਹੁੰਦੀ, ਤਾਂ ਉਸ ਦੌਰਾਨ ਪੜ੍ਹਨਾ ਛੱਡਿਆ ਜਾਂ ਫਿਰ ਕਹਿੰਦਾ ਚਲ ਕੋਈ ਨਹੀਂ, ਅੱਜ ਨਹੀਂ ਪੜ੍ਹਨ ਨੂੰ ਦਿਲ ਕਰਦਾ, ਕੱਲ੍ਹ ਪੜ੍ਹ ਲਾਂਗੇ? ਟੈਕਸੀ ਦੇ ਵਿੱਚ ਜਦੋਂ ਟੈਕਸੀ ਚਲਾਉਂਦੇ ਸੀ ਉਦੋਂ ਵੀ ਤਿਆਰੀ ਕਰਦੇ ਸੀ ਪੇਪਰ ਦੀ, ਉਦੋਂ ਕਦੀ ਬੁੱਕ ਪੜ੍ਹੀ? ਉਦੋਂ ਇੱਦਾਂ ਸੀ ਜਦੋਂ ਸਮਾਂ ਲੱਗਦਾ ਸੀ ਪੜ੍ਹ ਲੈਂਦੇ ਸੀ।
ਜ਼ਿਆਦਾਤਰ ਤਾਂ ਹੁਣ ਜਿਵੇਂ ਇੱਧਰ ਜਿਵੇਂ ਅੱਜ ਕੱਲ੍ਹ ਤਾਂ ਸਾਰੀ ਫੈਸਿਲਿਟੀ ਹੈ ਘਰਾਂ ਦੇ ਵਿੱਚ। ਜਿਸ ਤਰ੍ਹਾਂ ਲਾਈਟ ਚਲੇਗੀ ਤਾਂ ਚਲੋ ਇਨਵੈਟਰ ਚੱਲ ਰਿਹਾ, ਜਨਰੇਟਰ ਚੱਲ ਰਿਹਾ, ਕੋਈ ਨਾ ਕੋਈ ਫੈਸਿਲਿਟੀ। ਮਤਲਬ ਇੱਦਾਂ ਦਾ ਮੌਕਾ ਨਹੀਂ ਮਿਲਿਆ ਵੀ ਲਾਈਟ ਚਲੀ ਗਈ ਹੋਵੇ ਤਾਂ ਪੜ੍ਹਨਾ ਛੱਡਤਾ ਹੋਵੇ। ਮੈਕਸੀਮਮ ਸਾਰਾ ਕੁਛ ਅੱਜ ਕੱਲ੍ਹ ਪ੍ਰੋਵਾਈਡ ਹੈਗਾ ਘਰਾਂ ਦੇ ਵਿੱਚ, ਅਤੇ ਕੋਈ ਇੱਦਾਂ ਨਹੀਂ ਕਦੇ ਸੋਚਿਆ, ਮਤਲਬ ਨਾ ਇੱਦਾਂ ਦਾ ਮੌਕਾ ਮਿਲਿਆ ਕੋਈ। ਆਰਮੀ ਵਾਲੇ ਸਾਥੀ ਜਿਹੜੇ ਕੋਈ ਟੱਚ 'ਚ ਹੋਣਗੇ ਉਹਨਾਂ ਦਾ ਕਾਲ ਹੈ, ਉਹ ਕੀ ਕਹਿੰਦੇ? ਮੈਂ ਉਹਨਾਂ ਦੇ ਗਰੁੱਪਾਂ ਦੇ ਵਿੱਚ ਅਟੈਚ ਹਾਂ, ਅਤੇ ਉਹ ਇੰਨੇ ਖੁਸ਼ ਨੇ ਆਰਮੀ ਦੇ ਵਿੱਚ। ਉਹ ਆਪਣੀ ਜਗ੍ਹਾ ਮੈਨੂੰ ਕਹਿੰਦੇ ਵੀ ਇੱਕ ਵਾਰੀ ਸਾਨੂੰ ਮਿਲਣ ਆਓ, ਇੱਥੇ ਇੱਕ ਵਾਰੀ ਭੰਗੜੇ ਪਾਉਣੇ ਆ ਸਾਰੇ ਰਲ ਕੇ। ਹਾਂਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਠੀਕ ਆ। ਹਾਂਜੀ, ਮੈਂ ਇੱਕ ਇਹ ਲਾਸਟ 'ਤੇ ਇੱਕ ਸੁਨੇਹਾ ਦੇਣਾ ਚਾਹੁੰਦਾ ਸਾਰੀ ਪਬਲਿਕ ਨੂੰ ਵੀ ਤੁਸੀਂ ਛੱਪੜ ਦੇ ਪਾਣੀ ਤਰ੍ਹਾਂ ਖੜਨਾ ਨਹੀਂ ਚਾਹੀਦਾ, ਕਿਉਂਕਿ ਜਿਹੜੇ ਆਪਾਂ ਵਗਦੇ ਦਰਿਆਵਾਂ ਵਾਂਗੂ ਆਪਣੇ ਆਪ ਨੂੰ ਰੱਖਣਾ ਚਾਹੀਦਾ। ਕਿਉਂ ਜਿਹੜਾ ਛੱਪੜ ਦਾ ਪਾਣੀ ਜੇ ਖੜ ਜਾਂਦਾ ਤਾਂ ਉੱਪਰ ਜਾਲੀ ਜੂਲੀ ਸਭ ਲੱਗ ਜਾਂਦੀ, ਜੂਲੀ ਵਗੈਰਾ। ਅਗਰ ਚੱਲਦਾ ਪਾਣੀ ਆ ਉਹ ਸਾਫ਼ ਵੀ ਰਹਿੰਦਾ, ਉਹਨੂੰ ਵਰਤੋਂ ਵਿੱਚ ਵੀ ਲੈ ਸਕਦੇ ਹਾਂ। ਅਤੇ ਇਸ ਕਰਕੇ ਵੀ ਜਿਹੜੇ ਮਿਹਨਤ ਕਰਦੇ ਨੇ ਵੀ ਮਿਹਨਤ ਕਰਨੇ ਵਾਲੋਂ ਕੀ ਕभी ਹਾਰ ਨਹੀਂ ਹੋਤੀ। ਜਿਹੜੇ ਮਿਹਨਤ ਕਰਦੇ ਆ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ। ਜਿਹੜੇ ਨਫ਼ਰਤ ਕਰਦੇ ਰਹਿੰਦੇ ਲੋਕ ਉਹਨਾਂ ਬਾਰੇ ਆ ਵੀ ਨਫ਼ਰਤ ਕਰਨੇ ਵਾਲੋਂ ਕੀ ਬੇੜੀ ਪਾਰ ਨਹੀਂ ਹੋਤੀ। ਬਹੁਤ ਧੰਨਵਾਦ ਸਰ। ਥੈਂਕ ਯੂ ਵੈਰੀ ਮੱਚ ਆਪ ਜੀ। ਸੋ ਬਿਲਕੁਲ ਜੀ, ਜਿਵੇਂ ਸਰ ਨੇ ਕਿਹਾ ਹੈ ਕਿ ਵਹਿੰਦੇ ਪਾਣੀ ਦੇ ਵਾਂਗੂ ਰਹੀਏ ਤਾਂ ਚੰਗੀ ਗੱਲ ਹੈ। ਜੇ ਖੜ ਜਾਈਏ ਤਾਂ ਸਮੈਲ ਆਉਣ ਲੱਗ ਪੈਂਦੀ ਹੈ, ਉਹਦੇ ਵਿੱਚੋਂ ਤਾਂ ਜਾਲਾ ਲੱਗਣਾ ਹਰੇ ਹਰੇ ਰੰਗ ਦਾ ਸ਼ੁਰੂ ਹੋ ਜਾਂਦਾ ਹੈ। ਜੇ ਪਾਣੀ ਵਹਿੰਦਾ ਰਵੇ ਤਾਂ ਅਸੀਂ ਵੀ ਚੱਲਦੇ ਰਹੀਏ, ਚਾਹੇ ਉਤਰਾ ਪਾਣੀ ਜਦੋਂ ਵਹਿੰਦਾ ਹੈ ਨਾ ਤਾਂ ਕਈ ਰਾਹਾਂ 'ਚ ਪੱਥਰ ਆਉਂਦੇ ਨੇ, ਪੱਥਰਾਂ ਨੂੰ ਪਾਰ ਕਰ ਜਾਂਦਾ ਹੈ, ਉਹ ਖੜਦਾ ਨਹੀਂ ਹੈ ਪਾਣੀ। ਨਦੀਆਂ ਵਾਂਗੂ ਸਾਨੂੰ ਚੱਲਦੇ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਵੀ ਇਸੇ ਤਰ੍ਹਾਂ ਉਤਰਾਅ ਵੀ ਆਉਣਗੇ, ਚੜ੍ਹਾਅ ਵੀ ਆਉਣਗੇ, ਪੱਥਰ ਵੀ ਆਉਣਗੇ, ਰੋੜੇ ਵੀ ਪੈਣਗੇ, ਬੜੀਆਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਆਉਣਗੀਆਂ, ਪਰ ਜੇ ਇਹਨਾਂ ਸਾਰਿਆਂ ਨੂੰ ਤੁਸੀਂ ਪਾਰ ਕਰੋਗੇ ਜਿਸ ਤਰੀਕੇ ਨਾਲ ਪਰਮਜੀਤ ਸਿੰਘ ਹੁਣਾਂ ਨੇ ਬੜੀ ਕਾਮਯਾਬੀ ਹਾਸਲ ਕੀਤੀ ਹੈ, ਐਵੇਂ ਦੀ ਕਾਮਯਾਬੀ ਤੁਸੀਂ ਵੀ ਹਾਸਲ ਕਰ ਸਕਦੇ ਹੋ। ਇਸ ਇੰਟਰਵਿਊ ਨੂੰ ਸ਼ੇਅਰ ਕਰਨਾ ਬਿਲਕੁਲ ਨਹੀਂ ਭੁੱਲਣਾ ਤਾਂ ਕਿ ਸਭ ਦੇ ਕੋਲ ਇਹ ਇੰਟਰਵਿਊ ਜ਼ਰੂਰ ਪਹੁੰਚੇ। ਕਿਸ ਤਰੀਕੇ ਨਾਲ ਪਰਮਜੀਤ ਸਿੰਘ ਹੋਣੀ ਆਰਮੀ ਤੋਂ ਰਿਟਾਇਰ ਹੁੰਦੇ ਨੇ, ਟੈਕਸੀ ਡਰਾਈਵਰ ਬਣਦੇ ਨੇ ਔਰ ਫਿਰ ਉਸ ਤੋਂ ਬਾਅਦ ਗਨਮੈਨ ਬਣਦੇ ਨੇ, ਗਨਮੈਨ ਤੋਂ ਬਾਅਦ ਬੈਂਕ ਮੈਨੇਜਰ ਦੀ ਪੋਸਟ 'ਤੇ ਆਉਂਦੇ ਨੇ। ਸੋ ਇਹ ਜਿਹੜੀ ਇੰਟਰਵਿਊ ਖਾਸ ਤੁਹਾਡੇ ਲਈ ਹੈ, ਸ਼ੇਅਰ ਕਰਨੀ ਬਿਲਕੁਲ ਨਹੀਂ ਭੁੱਲੀ। ਹੁਣ ਤੁਹਾਡੇ ਤੋਂ ਲਵਾਂਗੇ ਅਸੀਂ ਆਗਿਆ। ਸਹਿਯੋਗੀ ਸਾਥੀ ਮਨਪ੍ਰੀਤ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।